परम सन्मानयोग गुरु प्यारिओ, गुरु फतेह की सांझ करिए जी। वाहिगुरू जी का खालसा, वाहिगुरू जी की फतेह। सिख मिशनरी कॉलेज लुधियाना वालों SMC गुरमत क्लास USA आप सारिਆਂ ਦਾ स्वागत है। ਸਾਰਿਆਂ ਨੂੰ ਜੀ ਆਇਆਂ। हर शुक्रवार ਅਸੀਂ ਭਗਤ ਬਾਣੀ ਵਿੱਚੋਂ ਕੁਝ ਸ਼ਬਦ ਚੁਣੇ ਹਨ ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ ਜਾਂ ਜਿਨ੍ਹਾਂ ਦੇ ਸ਼ਬਦੀ ਅਰਥ ਔਖੇ ਹਨ, ਜਿਨ੍ਹਾਂ ਨੂੰ ਆਮ ਸਮਝਣ ਵਿੱਚ ਥੋੜੀ ਬਹੁਤੀ ਤਕਲੀਫ ਹੁੰਦੀ ਹੈ, ਜਾਂ ਇਹ ਕਹਿ ਲਈਏ ਕਿ ਜਿਨ੍ਹਾਂ ਦੇ ਅਸਲੀਅਤ ਵਿੱਚ ਜੋ ਅੰਤਰੀਵ ਭਾਵ ਸਮਝ ਨਹੀਂ ਆਉਂਦੇ, ਉਹ ਸ਼ਬਦਾਂ ਦੀ ਵਿਚਾਰ ਹਰ ਸ਼ੁੱਕਰਵਾਰ ਨੂੰ ਅਸੀਂ ਕਰਦੇ ਹਾਂ। तो आसा राग के शब्दों की विचार चल रही है। भगत कबीर जी के शब्द हैं जो पिछे भी असी विचारे हैं। तो अज का शब्द जो आप जी के सामने स्क्रीन के उत्ते डिस्पले किया हुआ है, हीरा हीरा बेद पवन मन सहजे रहा समाई, सगल जोत इन हीरे बेदी सतगुर बचनी मैं पाई, हर की कथा अनाहद बानी हंस होए हीरा ले पछानी। ये शब्द है जिहदी विचार असी करनी है। किहड़ा हीरा किस हीरे नाल जुड़ना, किहड़ी पवन किहड़ी हवा किहड़ा हंस, ये सारियां चीज़ां समझण वालियां हैं। इस शब्द की विचार अज कर रहे हैं वीर प्रभ कीर्तन सिंह जी मोहाली तो। बेनती कर रहे हैं वीर प्रभ कीर्तन सिंह जी नूं कि अज दे शब्द की विचार आरंभ करन। हीरा हीरा बेद पवन मन सहजे रहा समाई। वीर प्रभ कीर्तन सिंह जी। वाहिगुरू जी का खालसा, वाहिगुरू जी की फतेह। वाहिगुरु जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। परम सत्कारयोग साध संगत जी, आओ सब तो पहला फतेह दी सांझ करिए जी। वाहिगुरु जी का खालसा, वाहिगुरु जी की फतेह। ये जो शब्द आप जी दे सामने डिस्पलेड है जी, भगत कबीर जी दे आसा राग विच उचारण किए हुए शब्दों विचों, इस दे अगे सिरलेख है आसा श्री कबीर जीओ के दुपदे। दुपदे का अर्थ है कि दो पदियां वाला एक शब्द, भाव रहाओ दे बंद तो बिना इस विच दो पदे हैं जिन्हां दे अगे एक ते दो नंबर लगे हुए हैं। तो आओ सब तो पहला इस तो पहला के विचार शुरू करिए, इस शब्द का एक बार पाठ कर लईए जी। आसा श्री कबीर जीओ के दुपदे, एक ओंकार सतगुर प्रसाद, हीरा हीरा बेद पवन मन सहजे रहा समाई, सगल जोत इन हीरा बेदी सतगुर बचनी मैं पाई, हर की कथा अनाहद बानी हंस होए हीरा ले पछानी। रहाओ कह कबीर हीरा अस देखियो, जग में रहा समाई, गुप्ता हीरा प्रगट भयो जब गुरगम दिया दिखाई, कह कबीर हीरा अस देखियो, जग में रहा समाई, गुप्ता हीरा प्रगट भयो जब गुरगम दिया दिखाई।
ਕਿਸੇ ਵੀ ਸ਼ਬਦ ਦਾ ਭਾਵ ਅਰਥ ਸਮਝਣਾ ਹੋਵੇ ਤਾਂ ਜੋ ਸਤਿਗੁਰੂ ਜੀ ਵੱਲੋਂ ਹਦਾਇਤ ਹੈ, ਸ਼ਬਦ ਦੇ ਰਚੈਤਾਂ ਵੱਲੋਂ ਹਦਾਇਤ ਹੈ ਕਿ ਜਿਹੜੀ ਰਹਾਉ ਦੀ ਪੰਕਤੀ ਹੈ, ਰਹਾਉ ਦਾ ਬੰਦ ਹੈ, ਉਹ ਸਾਡੇ ਲਈ ਸ਼ਬਦ ਦੇ ਪੂਰੇ ਭਾਵ ਅਰਥ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਮਝ ਲਈਏ। ਤੋ ਰਹਾਉ ਦੇ ਬੰਦ ਵਿੱਚ ਕਬੀਰ ਜੀ ਫਰਮਾ ਰਹੇ ਹਨ, ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ ਹੀਰਾ ਲੈ ਪਛਾਨ। ਹਰ ਕੀ ਕਥਾ ਦਾ ਭਾਵ ਸਪਸ਼ਟ ਹੀ ਹੈ ਕਿ ਪ੍ਰਭੂ ਦੀ ਕਥਾ, ਭਾਵ ਪ੍ਰਭੂ ਦੇ ਗੁਣਾਂ ਦੀ ਕਥਾ, ਭਾਵ ਪ੍ਰਭੂ ਦੀ ਸਿਫਤ ਸਲਾਹ। ਅਨਾਹਦ ਦਾ ਅਰਥ ਇਹ ਹੈ ਕਿ ਜਿਸ ਦੀ ਕੋਈ ਹੱਦ ਬੰਨਾ ਨਾ ਹੋਵੇ, ਭਾਵ ਜੋ ਵਰਤ ਰਹੀ ਹੈ ਉਹ ਚੀਜ਼ ਇੱਕ ਰਸ ਹੈ, ਉਹਦਾ ਕੋਈ ਆਦ ਤੇ ਅੰਤ ਨਹੀਂ, ਉਹਦੀ ਕੋਈ ਹੱਦ ਨਹੀਂ ਹੈ। ਅਨਾਹਦ ਕਿਹਾ ਜਾਂਦਾ ਹੈ ਹਰ ਉਹ ਵਸਤੂ ਦੇ ਵਾਸਤੇ ਜਿਹੜੀ ਇੱਕ ਰਸ ਕੋਈ ਚੀਜ਼ ਚੱਲ ਰਹੀ ਹੈ। ਆਮ ਤੌਰ ਤੇ ਅਸੀਂ ਅਨਹਦ ਸ਼ਬਦ ਜਾਂ ਅਨਾਹਦ ਸ਼ਬਦ ਦੀ ਗੱਲ ਕਰਦੇ ਹਾਂ, ਜਿਹੜਾ ਜੋਗੀਆਂ ਵੱਲੋਂ ਬੜਾ ਵਰਤਿਆ ਜਾਣ ਵਾਲਾ ਸਿਧਾਂਤ ਹੈ। ਪਰ ਗੁਰਮਤਿ ਦੇ ਵਿੱਚ ਉਹ ਨਹੀਂ। ਗੁਰਮਤਿ ਦੇ ਵਿੱਚ ਤਾਂ ਅਨਾਹਦ ਸ਼ਬਦ ਬਹੁਤ ਚੀਜ਼ਾਂ ਦੇ ਵਾਸਤੇ ਵਰਤਿਆ ਗਿਆ ਹੈ, ਜਿਵੇਂ ਕਿ ਆਪਾਂ ਇੱਥੇ ਹੀ ਦੇਖ ਰਹੇ ਹਨ। ਕਬੀਰ ਜੀ ਫਰਮਾ ਰਹੇ ਹਨ, ਅਨਾਹਦ ਬਾਣੀ। ਬਾਣੀ ਭਾਵ ਕਹੀ ਹੋਈ ਗੱਲ, ਬਾਣੀ ਮੂੰਹ ਤੋਂ ਉਚਰੀ ਹੋਈ ਗੱਲ ਬਾਣੀ, ਭਾਵ ਇੱਕ ਰਸ ਵਰਤ ਰਹੀ ਬਾਣੀ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਜੋ ਇੱਕ ਰਸ ਵਰਤ ਰਿਹਾ ਹੈ, ਉਹਦੇ ਵਿੱਚ ਜੁੜ ਕੇ, ਭਾਵ ਅਨਾਹਦ ਬਾਣੀ ਦੇ ਵਿੱਚ ਜੁੜ ਕੇ ਤੇ ਹਰ ਕੀ ਕਥਾ ਦੇ ਵਿੱਚ ਜੁੜ ਕੇ। ਤੋ ਇਹ ਦੋ ਚੀਜ਼ਾਂ ਦਾ ਜ਼ਿਕਰ ਕਬੀਰ ਜੀ ਕਰ ਰਹੇ ਹਨ ਕਿ ਹਰ ਕੀ ਕਥਾ ਭਾਵ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ, ਗੁਰੂ ਦੀ ਬਾਣੀ ਭਾਵ ਗੁਰੂ ਦੇ ਉਪਦੇਸ਼ ਵਿੱਚ ਜੁੜ ਕੇ, ਗੁਰੂ ਦੀ ਦੱਸੀ ਹੋਈ ਜੀਵਨ ਜਾਚ ਦੇ ਵਿੱਚ ਜੁੜ ਕੇ, ਭਾਵ ਉਹਨੂੰ ਗ੍ਰਹਿਣ ਕਰਕੇ, ਉਹਨੂੰ ਗ੍ਰਹਿਣ ਕਰਨ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਅਪਣਾ ਕੇ, ਤਾਂ ਫਿਰ ਕੀ ਹੁੰਦਾ ਹੈ? ਅਗਲੀ ਪੰਕਤੀ ਵਿੱਚ ਕਬੀਰ ਜੀ ਫਰਮਾ ਰਹੇ ਹਨ, ਹੰਸ ਹੋਏ, ਉਹ ਜੀਵ ਹੰਸ ਬਣ ਜਾਂਦਾ ਹੈ। ਹੀਰਾ ਭਾਵ ਅਤ ਕੀਮਤੀ ਚੀਜ਼। ਇੱਥੇ ਕਬੀਰ ਜੀ ਨੇ ਇੱਕ ਖਾਸ ਹੀਰੇ ਦੀ ਗੱਲ ਕੀਤੀ ਹੈ ਕਿ ਉਹ ਹੀਰਾ ਫਿਰ ਸਾਡੀ ਪਛਾਣ ਦੇ ਵਿੱਚ ਆ ਜਾਂਦਾ ਹੈ। ਉਹ ਜੀਵ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜ ਜਾਂਦਾ ਹੈ, ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰ ਲੈਂਦਾ ਹੈ, ਕਮਾ ਲੈਂਦਾ ਹੈ, ਉਹ ਜੀਵ ਹੰਸ ਬਣ ਜਾਂਦਾ ਹੈ ਤੇ ਉਸ ਅਤ ਕੀਮਤੀ ਹੀਰੇ ਨੂੰ ਪਛਾਣ ਲੈਂਦਾ ਹੈ। ਤਾਂ ਇਹ ਹੀਰਾ ਕੀ ਹੈ? ਅਤ ਕੀਮਤੀ ਚੀਜ਼ ਹੈ ਜਿਹੜੀ ਸਾਡੇ ਜੀਵਨ ਦਾ ਸਾਰ ਹੈ, ਸਾਡੇ ਜੀਵਨ ਦੇ ਲਈ ਅਤ ਜ਼ਰੂਰੀ, ਬਹੁਤ ਇੰਪੋਰਟੈਂਟ ਚੀਜ਼ ਹੈ, ਜਿਹਨੂੰ ਉਹ ਵਿਅਕਤੀ ਜਿਹੜਾ ਗੁਰੂ ਦੀ ਉਪਦੇਸ਼ ਦੇ ਉੱਤੇ ਚੱਲਦਾ ਹੈ ਉਹਨੂੰ ਪਛਾਣ ਲੈਂਦਾ ਹੈ। ਪਛਾਣ ਦਾ ਕੀ ਭਾਵ ਹੈ? ਇੱਕ ਤਾਂ ਅਸੀਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਕਿ ਮੈਂ ਤੈਨੂੰ ਪਛਾਣਿਆ, ਮੈਨੂੰ ਉਹਦੀ ਪਹਿਚਾਣ ਆ ਗਈ, ਉਹਦੇ ਗੁਣਾਂ ਦਾ ਪਤਾ ਲੱਗ ਰਿਹਾ। ਤੇ ਪਹਿਚਾਣ ਦਾ ਮਤਲਬ ਇਹ ਹੈ ਕਿ ਉਸ ਨੂੰ ਪਹਿਚਾਣ ਕੇ ਅਪਣਾ ਲੈਂਦਾ ਹੈ, ਉਹਦੀ ਸਮਝ ਲੱਗ ਜਾਂਦੀ ਹੈ, ਉਹਦੇ ਗੁਣਾਂ ਦੀ ਸਮਝ ਲੱਗ ਜਾਂਦੀ ਹੈ, ਉਹਦਾ ਸਾਡੇ ਜੀਵਨ ਦੇ ਵਿੱਚ ਕੀ ਰੋਲ ਹੈ, ਸਾਡੇ ਜੀਵਨ ਦੇ ਵਿੱਚ ਕੀ ਸਥਾਨ ਹੈ, ਇਸ ਗੱਲ ਦੀ ਸਮਝ ਲੱਗ ਜਾਂਦੀ। ਤਾਂ ਕਬੀਰ ਜੀ ਇੱਥੇ ਗੱਲ ਕਰ ਰਹੇ ਹਨ ਉਸ ਹੀਰੇ ਦੀ ਜਿਸ ਦਾ ਸਾਡੇ ਜੀਵਨ ਦੇ ਵਿੱਚ ਅਤ ਜ਼ਰੂਰੀ ਹਿੱਸਾ ਹੈ, ਸਾਡੇ ਜੀਵਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ। ਕਿਉਂਕਿ ਇਹ ਹੀਰਾ ਜੋ ਹੈ ਇਹ ਸਾਡੇ ਜੀਵਨ ਦਾ ਮੂਲ ਹੈ, ਸਾਡੇ ਜੀਵਨ ਦਾ ਮਕਸਦ ਹੈ। ਤਾਂ ਇਸ ਮਕਸਦ ਦੇ ਵਿੱਚ, ਇਸ ਮਕਸਦ ਨੂੰ ਪ੍ਰਾਪਤ ਕਰਨ ਦੇ ਲਈ ਕਬੀਰ ਜੀ ਨੇ ਜਿਹੜਾ ਰਸਤਾ ਸਾਨੂੰ ਦੱਸਿਆ ਹੈ ਕਿ ਇਸ ਹੀਰੇ ਦੇ ਨਾਲ ਪਛਾਣ ਬਣਾਉਣ ਲਈ, ਰਿਸ਼ਤਾ ਬਣਾਉਣ ਲਈ, ਤੋਂ ਦੋ ਗੱਲਾਂ ਕਬੀਰ ਜੀ ਨੇ ਸਾਨੂੰ ਦੱਸੀਆਂ ਹਨ। ਪਹਿਲੀ ਗੱਲ ਹੈ ਕਿ ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਤੇ ਉਸ
ਅਕਾਲ ਪੁਰਖ ਦੇ ਵਰਸਾਏ ਹੋਏ ਗੁਰੂ ਜਿਹਦੇ ਨਾਲ ਸਾਡਾ ਨਾਤਾ ਜੁੜਿਆ ਹੈ, ਉਹਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ। ਹੁਣ ਇੱਥੇ ਇੱਕ ਬੜਾ ਇੰਪੋਰਟੈਂਟ ਸ਼ਬਦ ਹੈ ਸਾਡੇ ਲਈ ਕਿ ਹੰਸ ਹੋਏ ਹੀਰਾ ਲੈ ਪਛਾਣ। ਤਾਂ ਇੱਥੇ ਸਵਾਲ ਪੈਦਾ ਹੋ ਗਿਆ ਕਿ ਇਹ ਹੰਸ ਕੀ ਹੁੰਦਾ ਹੈ, ਹੰਸ ਕਿਵੇਂ ਬਣੀਦਾ ਹੈ, ਤੇ ਹੰਸ ਬਣ ਕੇ ਮਨੁੱਖ ਕਰਦਾ ਕੀ ਹੈ, ਉਹਦੇ ਕਰਮ ਕੀ ਹੋ ਜਾਂਦੇ ਹਨ। ਇਹ ਸਵਾਲ ਸਾਡੇ ਲਈ ਕਬੀਰ ਜੀ ਨੇ ਜੋ ਹੈ ਉਹ ਇਸ ਜੋ ਸ਼ਬਦ ਹੈ ਉਹਦੇ ਵਿੱਚ ਸਾਡੇ ਲਈ ਹੱਲ ਕੀਤੇ ਹਨ ਕਿ ਜਦੋਂ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ, ਗੁਰੂ ਦੀ ਅਨਾਹਦ ਬਾਣੀ ਇੱਕ ਰਸ ਵਰਤ ਰਹੇ ਉਪਦੇਸ਼ ਭਾਵ ਇਸ ਪੂਰੇ ਸੰਸਾਰ ਦੇ ਵਾਸਤੇ ਜੋ ਉਪਦੇਸ਼ ਹੈ, ਜੋ ਇੱਕ ਰਸ ਹੈ, ਸਭ ਦੇ ਵਾਸਤੇ ਹੈ, ਉਹ ਲਗਾਤਾਰ ਵਰਤ ਰਿਹਾ ਹੈ। ਇਹ ਨਹੀਂ ਹੈ ਕਿ ਕੇਵਲ ਸਾਡੇ ਗੁਰੂ ਦਾ ਹੀ ਉਪਦੇਸ਼ ਹੈ, ਇਹ ਸਤਿਗੁਰੂ ਦੇ ਰਾਹੀਂ ਅਕਾਲ ਪੁਰਖ ਦਾ ਹੀ ਜੋ ਹਦਾਇਤ ਹੈ, ਅਕਾਲ ਪੁਰਖ ਦਾ ਹੀ ਉਪਦੇਸ਼ ਸਾਡੇ ਤੱਕ ਪਹੁੰਚਦਾ ਹੈ ਔਰ ਇਹ ਇੱਕ ਰਸ ਵਰਤ ਰਿਹਾ ਹੈ, ਸदैव ਵਾਸਤੇ ਵਰਤ ਰਿਹਾ ਹੈ। ਤੇ ਕਬੀਰ ਜੀ ਕਹਿੰਦੇ ਹਨ ਇਹਦੇ ਤੇ ਚੱਲ ਕੇ ਮਨੁੱਖ ਹੰਸ ਬਣ ਜਾਂਦਾ। ਆਪਾਂ ਇਸ ਬਾਰੇ ਥੋੜੀ ਹੋਰ ਵਿਚਾਰ ਕਰਾਂਗੇ, ਪਰ ਇਸ ਤੋਂ ਪਹਿਲਾਂ ਇਹ ਜੋ ਦੋ ਪਦਿਆਂ ਦਾ ਇੱਕ ਛੋਟਾ ਜਿਹਾ ਸ਼ਬਦ ਹੈ, ਇਹਦੇ ਆਪਾਂ ਅਖਰੀ ਅਰਥ ਕਰ ਲਈਏ। ਪਹਿਲੇ ਬੰਦ ਵਿੱਚ ਕਬੀਰ ਜੀ ਫਰਮਾ ਰਹੇ ਹਨ, ਹੀਰਾ ਹੀਰਾ ਵੇਦ ਭਵਨ ਮਨ ਸਹਿਜੇ ਰਹਾ ਸਮਾਈ। ਹੁਣ ਇਸ ਪੰਕਤੀ ਵਿੱਚ ਵੀ ਕਬੀਰ ਜੀ ਨੇ ਦੋ ਵਾਰੀ ਹੀਰਾ ਸ਼ਬਦ ਵਰਤਿਆ। ਹੀਰੇ ਦਾ ਅਰਥ ਆਪਾਂ ਪਹਿਲਾਂ ਕੀਤਾ ਹੈ ਕਿ ਉਹ ਅਕਾਲ ਪੁਰਖ ਜੋ ਸਾਡੇ ਜੀਵਨ ਲਈ ਅਤ ਕੀਮਤੀ ਹੈ, ਹੀਰੇ ਦਾ ਦਰਜਾ ਰੱਖਦਾ ਹੈ, ਸਾਡੇ ਜੀਵਨ ਮਨੋਰਥ ਵਾਸਤੇ ਹੀਰੇ ਦਾ ਦਰਜਾ ਰੱਖਦਾ ਹੈ। ਇੱਥੇ ਕਬੀਰ ਜੀ ਕਹਿ ਰਹੇ ਹਨ, ਹੀਰਾ ਹੀਰਾ ਵੇਦ। ਕਿਹੜਾ ਹੀਰਾ ਕਿਸ ਹੀਰੇ ਨੂੰ ਵੇਦ ਰਿਹਾ? ਗੁਰਮਤਿ ਸਿਧਾਂਤ ਹੈ ਕਿ ਮਨੁੱਖ ਦਾ ਸਰੀਰ ਤਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਪਰ ਇਹਨਾਂ ਪੰਜਾਂ ਤੱਤਾਂ ਦੇ ਪਿੱਛੇ ਜਿਹੜੀ ਸੱਤਾ ਹੈ, ਉਹ ਜਿਹੜੀ ਜੋਤ ਸਾਡੇ ਵਿੱਚ ਵਿਆਪ ਰਹੀ ਹੈ, ਜਿਹੜੀ ਜੋਤ ਇਸ ਨੂੰ ਚਲਾ ਰਹੀ ਹੈ, ਉਹ ਜੋਤ ਹੋਰ ਕੁਝ ਨਹੀਂ, ਉਸ ਅਕਾਲ ਪੁਰਖ ਦੀ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਫਿਰ ਇਸ ਦਾ ਅਰਥ ਇਹ ਹੋਇਆ ਕਿ ਜੇ ਪ੍ਰਭੂ ਹੀਰਾ ਹੈ ਤਾਂ ਉਸ ਦੀ ਜੋਤ ਦਾ ਜਿਹੜਾ ਅੰਸ਼ ਸਾਡੇ ਵਿੱਚ ਸਮਾਇਆ ਹੋਇਆ ਹੈ, ਜਿਹੜਾ ਸਾਨੂੰ ਚਲਾ ਰਿਹਾ ਹੈ, ਸਾਡੇ ਜੀਵਨ ਦਾ ਮੂਲ ਹੈ, ਉਹ ਵੀ ਤਾਂ ਫਿਰ ਹੀਰਾ ਹੀ ਹੋਇਆ। ਤਾਂ ਇਹਨਾਂ ਅਰਥਾਂ ਦੇ ਵਿੱਚ ਹੀ ਕਬੀਰ ਜੀ ਕਹਿ ਰਹੇ ਹਨ ਕਿ ਹੀਰਾ ਹੀਰਾ ਵੇਦ। ਹੀਰੇ ਨੇ ਹੀਰੇ ਨੂੰ ਵੇਦ ਲਿਆ, ਭਾਵ ਵਿੰਨ ਲਿਆ, ਉਹਦੇ ਵਿੱਚ ਸਮਾ ਗਿਆ। ਤਾਂ ਪਹਿਲੇ ਹੀਰੇ ਦਾ ਅਰਥ ਹੈ ਜੀਵ ਆਤਮਾ ਰੂਪ ਹੀਰੇ, ਤੇ ਦੂਜਾ ਹੀਰਾ ਜਿਹੜਾ ਹੈ ਉਹ ਪ੍ਰਭੂ ਹੀਰਾ ਹੈ, ਜਿਵੇਂ ਪਹਿਲੇ ਕਬੀਰ ਜੀ ਨੇ ਵਰਤਿਆ ਹੈ ਉਹਨਾਂ ਅਰਥਾਂ ਵਿੱਚ ਹੀ ਹੈ। ਵੇਦ ਦਾ ਭਾਵ ਹੈ ਕਿਸੇ ਚੀਜ਼ ਨੂੰ ਵਿੰਨ ਲੈਣਾ, ਉਹਦੇ ਧੁਰ ਅੰਦਰ ਤੱਕ ਸਮਾ ਜਾਣਾ, ਜਾਂ ਉਹਨੂੰ ਆਪਣੇ ਹਿਰਦੇ ਦੇ ਵਿੱਚ ਸਮਾ ਲੈਣਾ। ਤਾਂ ਵੇਦਨ ਦਾ ਭਾਵ ਹੈ ਕਿ ਜਦੋਂ ਜੀਵ ਆਤਮਾ ਰੂਪ ਹੀਰੇ ਨੇ ਪ੍ਰਭੂ ਹੀਰੇ ਨੂੰ ਵਿੰਨ ਲਿਆ, ਭਾਵ ਪ੍ਰਭੂ ਹੀਰੇ ਦੇ ਨਾਲ ਇੱਕ ਸੁਰ ਹੋ ਗਿਆ, ਪ੍ਰਭੂ ਹੀਰੇ ਦੇ ਨਾਲ ਉਸ ਦੀ ਜਿਹੜੀ ਰਿਸ਼ਤਾ ਜੁੜ ਗਿਆ, ਉਹ ਇੱਕ ਮਿਕ ਹੋ ਗਿਆ ਜਦੋਂ ਉਹਦੇ ਵਿੱਚ ਜੁੜ ਗਿਆ। ਹੁਣ ਪ੍ਰਭੂ ਨਾਲ ਜੁੜਨ ਦਾ, ਪ੍ਰਭੂ ਨਾਲ ਇੱਕ ਮਿਕ ਹੋਣ ਦਾ ਸਾਧਨ ਤਾਂ ਸਾਡੇ ਕੋਲ ਇੱਕ ਹੀ ਹੈ, ਪ੍ਰਭੂ ਦੇ ਨਾਲ ਪ੍ਰੇਮ, ਪ੍ਰਭੂ ਦੀ ਯਾਦ, ਪ੍ਰਭੂ ਦਾ ਨਾਮ। ਤਾਂ ਕਬੀਰ ਜੀ ਕਹਿ ਰਹੇ ਹਨ ਕਿ ਜਦੋਂ ਜੀਵ ਰੂਪੀ ਹੀਰਾ ਪ੍ਰਭੂ ਰੂਪੀ ਹੀਰੇ ਨੂੰ ਵਿੰਨ ਲੈਂਦਾ ਹੈ, ਭਾਵ ਆਪਣੀ ਸੁਰਤ ਨੂੰ ਪ੍ਰਭੂ ਦੇ ਨਾਮ ਦੇ ਵਿੱਚ, ਪ੍ਰਭੂ ਦੇ ਵਿੱਚ ਸਮਾ ਲੈਂਦਾ ਹੈ, ਤਾਂ ਕੀ ਹੁੰਦਾ ਹੈ? ਜਦੋਂ ਇਹ ਸੁਰਤ ਪ੍ਰਭੂ ਦੇ ਵਿੱਚ ਖੁੱਭ ਜਾਂਦੀ ਹੈ, ਇੱਕ ਸੁਰ ਹੋ ਜਾਂਦੀ ਹੈ, ਜੁੜ ਜਾਂਦੀ ਹੈ, ਤਾਂ ਪਵਨ ਮਨ ਸਹਿਜੇ ਰਿਹਾ ਸਮਾਈ। ਤਾਂ ਪਵਨ ਮਨ ਦਾ ਭਾਵ ਹੈ ਪਵਨ ਵਰਗਾ ਮਨ ਜੋ ਕਦੀ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦਾ, ਹਮੇਸ਼ਾ ਇੱਧਰ ਉੱਧਰ ਚੱਲਦਾ ਫਿਰਦਾ ਰਹਿੰਦਾ ਹੈ। ਇਹਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਰ ਵੇਲੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ, ਤੇ ਉਹ ਜਿਹੜਾ ਪਵਨ ਚੰਚਲ ਮਨ ਹੈ ਉਹ ਸਹਿਜੇ ਰਿਹਾ ਸਮਾਈ, ਉਹ ਬਿਲਕੁਲ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦਾ ਹੈ, ਟਿਕ ਜਾਂਦਾ ਹੈ। ਉਸ ਸਹਿਜ ਅਵਸਥਾ ਵਿੱਚ ਜਿੱਥੇ ਫਿਰ ਮਨ ਕਦੀ ਡੋਲਦਾ ਨਹੀਂ, ਇੱਧਰ ਉੱਧਰ ਨਹੀਂ ਜਾਂਦਾ, ਉਹ ਟਿਕ ਜਾਂਦਾ ਹੈ। ਜਦੋਂ ਹੀਰਾ ਹੀਰਾ ਵੇਦ, ਜਦੋਂ ਸਾਡਾ ਮਨ ਵਿੰਨਿਆ ਗਿਆ ਪ੍ਰਭੂ ਦੇ ਨਾਮ ਦੇ ਨਾਲ, ਉਹਦੀ ਯਾਦ ਦੇ ਨਾਲ, ਉਹਦੀ ਪ੍ਰੇਮ ਦੇ ਨਾਲ,
ਉਹਦੇ ਵਿੱਚ ਮਨ ਖੁੱਭ ਗਿਆ, ਤਾਂ ਫਿਰ ਇਹ ਜਿਹੜਾ ਚੰਚਲ ਮਨ ਜਿਹੜਾ ਸਾਡੇ ਕਾਬੂ ਦੇ ਵਿੱਚ ਨਹੀਂ ਆਉਂਦਾ, ਇਹ ਇੱਕ ਅਡੋਲ ਅਵਸਥਾ ਦੇ ਵਿੱਚ ਆ ਜਾਂਦਾ। ਇਸ ਅਡੋਲ ਅਵਸਥਾ ਦੇ ਵਿੱਚ ਉਹਦੀ ਸੁਰਤ ਜਿਹੜੀ ਹੈ ਉਹ ਅਡੋਲ ਪ੍ਰਭੂ ਦੇ ਵਿੱਚ ਟਿਕ ਜਾਂਦੀ ਹੈ, ਸਮਾ ਜਾਂਦੀ ਹੈ, ਇੱਕ ਰਸ ਸਮਾ ਜਾਂਦੀ ਹੈ, ਇੱਕ ਰਸ ਟਿਕ ਜਾਂਦੀ ਹੈ, ਫਿਰ ਕਦੇ ਇੱਧਰ ਉੱਧਰ ਨਹੀਂ ਜਾਂਦੀ। ਤੇ ਇਸ ਹੀਰੇ ਦੇ ਪ੍ਰਤੀ ਕਬੀਰ ਜੀ ਕਹਿ ਰਹੇ ਹਨ, ਸਗਲ ਜੋਤ ਇਨ ਹੀਰਾ ਬੇਦੀ। ਸਗਲ ਜੋਤ ਦਾ ਅਰਥ ਹੈ ਕਿ ਜਿੰਨੀਆਂ ਜੋਤਾਂ ਇਸ ਜਗਤ ਦੇ ਵਿੱਚ ਜਗ ਰਹੀਆਂ ਹਨ, ਜੀਵ ਰੂਪੀ ਜੋਤਾਂ, ਸਾਰੇ ਜੀਵ ਜਨਤਾ ਦੇ ਵਿੱਚ ਉਸ ਪ੍ਰਭੂ ਦਾ ਅੰਸ਼ ਹੈ, ਉਹਦੀ ਕਣੀ ਹੈ। ਉਹ ਜਿਹੜਾ ਜੋਤ ਹੈ, ਜਿੰਨੀਆਂ ਜੋਤਾਂ ਇਹ ਜੀਵ ਜੰਤ ਹਨ, ਇਨ ਹੀਰਾ ਬੇਦੀ। ਇੱਥੇ ਬੇਦੀ ਦਾ ਵੀ ਅਰਥ ਜਿਹੜਾ ਹੈ ਵਿੰਨ ਲਏ ਹੈ, ਲੇਕਿਨ ਥੋੜੀ ਜਿਹੀ ਸੈਂਸ ਦੇ ਵਿੱਚ ਫਰਕ ਹੈ ਕਿ ਉਹ ਪ੍ਰਭੂ ਹੀਰਾ, ਇਨ ਹੀਰਾ ਭਾਵ ਪ੍ਰਭੂ ਹੀਰੇ ਨੇ ਵਿੰਨੀਆਂ ਹੋਈਆਂ ਹਨ, ਭਾਵ ਇਹਨਾਂ ਦੇ ਅੰਦਰ ਉਹ ਟਿਕਿਆ ਹੋਇਆ, ਹਰ ਜੀਵ ਦੇ ਅੰਦਰ ਇਹ ਹੀਰਾ ਪ੍ਰਭੂ ਜੋ ਸਾਡੇ ਜੀਵਨ ਦਾ ਹੀਰਾ ਹੈ, ਸਾਡੇ ਜੀਵਨ ਦਾ ਮਕਸਦ ਹੈ, ਉਹਨੇ ਸਾਰੀਆਂ ਜੋਤਾਂ ਨੂੰ ਵਿੰਨਿਆ ਹੋਇਆ ਹੈ, ਉਹਨਾਂ ਦੇ ਅੰਦਰ ਟਿਕਿਆ ਹੋਇਆ ਹੈ। ਸਤਿਗੁਰ ਬਚਨੀ ਮੈਂ ਪਾਈ। ਸਤਿਗੁਰ ਬਚਨੀ ਭਾਵ ਗੁਰੂ ਦੇ ਉਪਦੇਸ਼ ਰਾਹੀਂ ਮੈਂ ਪਾਈ ਦਾ ਮਤਲਬ ਮੈਨੂੰ ਮਿਲ ਗਈ ਹੈ, ਮੈਂ ਲੱਭ ਲਈ ਹੈ, ਮੈਂ ਸਮਝ ਲਈ ਹੈ, ਭਾਵ ਕਿ ਮੈਂ ਹੁਣ ਅਨੁਭਵ ਕਰ ਲਈ। ਸਮਝ ਲਈ ਦਾ ਅਰਥ ਸਿਰਫ ਇੰਟੈਲੈਕਚੁਅਲੀ ਜਾਂ ਮੈਂਟਲੀ ਉਹ ਸਮਝਣ ਦੀ ਗੱਲ ਨਹੀਂ ਹੈ, ਪਾਈ ਹੈ, ਇਹ ਬਿਲਕੁਲ ਭਾਵ ਇਹ ਹੈ ਕਿ ਮੇਰੇ ਅਨੁਭਵ ਦੇ ਵਿੱਚ ਆ ਗਈ ਹੈ, ਮੈਂ ਪਾ ਲਈ। ਤਾਂ ਇਹਦਾ ਅਰਥ ਹੋਇਆ ਕਿ ਜਦੋਂ ਮਨੁੱਖ ਦਾ ਮਨ ਜਿਹੜਾ ਹੈ ਪ੍ਰਭੂ ਦੇ ਵਿੱਚ ਆਪਣੀ ਸੁਰਤ ਟਿਕਾ ਲੈਂਦਾ ਹੈ, ਇੱਕਮਿਕ ਹੋ ਜਾਂਦਾ ਹੈ, ਤਾਂ ਚੰਚਲ ਮਨ ਉਸ ਪ੍ਰਭੂ ਦੀ ਯਾਦ, ਉਸ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਜਾਂਦਾ ਹੈ। ਤਾਂ ਫਿਰ ਸਤਿਗੁਰੂ ਦੇ ਉਪਦੇਸ਼ ਰਾਹੀਂ ਸਾਨੂੰ ਕੀ ਸਮਝ ਪੈਂਦੀ ਹੈ, ਸਾਡੇ ਅਨੁਭਵ ਵਿੱਚ ਕੀ ਆਉਂਦਾ ਹੈ। ਅਨੁਭਵ ਭਾਵ ਜਿਵੇਂ ਕਿਸੇ ਨੂੰ ਪ੍ਰਤੱਖ ਦੇਖ ਲੈਣਾ ਹੁੰਦਾ, ਉਹ ਅਨੁਭਵ ਹੋ ਗਿਆ। ਜਿਸ ਤਰ੍ਹਾਂ ਅਨੁਭਵ ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ, ਜਿਹੜੀਆਂ ਸਾਡੀਆਂ 5 ਸੈਂਸਿਸ ਨੇ, ਉਹਨਾਂ ਦੇ ਨਾਲ ਜੋ ਕੁਝ ਅਸੀਂ ਮਹਿਸੂਸ ਕਰਦੇ ਹਾਂ, ਉਹੀ ਸਾਡਾ ਅਨੁਭਵ ਹੁੰਦਾ ਹੈ। ਤਾਂ ਹੁਣ ਸਤਿਗੁਰੂ ਜੀ ਦੇ ਬਚਨ ਦੇ ਨਾਲ ਮੇਰੇ ਮਨ ਦੀ ਅਵਸਥਾ ਇਹ ਹੋ ਗਈ ਕਿ ਮੈਂ ਉਸ ਹੀਰੇ ਨੂੰ ਸਾਰੀਆਂ ਜੋਤਾਂ ਦੇ ਵਿੱਚ ਵਰਤਦਾ ਵੇਖ ਰਿਹਾ ਹਾਂ। ਹੁਣ ਮੈਨੂੰ ਸਮਝ ਲੱਗ ਗਈ ਹੈ, ਮੈਂ ਅਨੁਭਵ ਕਰ ਲਿਆ ਹੈ ਕਿ ਇਹ ਸਾਰੇ ਥਾਂ ਦੇ ਉੱਤੇ ਉਹ ਹੀਰਾ ਵਿਆਪਕ ਹੈ। ਤੇ ਹੁਣ ਫਿਰ ਜਦੋਂ ਮੈਂ ਉਹਨੂੰ ਮਹਿਸੂਸ ਕਰ ਲੈਂਦਾ ਹਾਂ, ਅਨੁਭਵ ਵਿੱਚ ਆ ਜਾਂਦਾ ਹੈ, ਤੇ ਫਿਰ ਹੀਰਾ ਬੇਦ, ਫਿਰ ਇਹ ਅਵਸਥਾ ਬਣਦੀ ਹੈ ਕਿ ਜੋ ਮੈਂ ਉਸ ਅਕਾਲ ਪੁਰਖ ਦੇ ਵਿੱਚ ਮਨ ਜੋੜਨ ਨਾਲ ਦੇਖਿਆ ਸੀ, ਹੁਣ ਉਹ ਮੈਨੂੰ ਸਾਰੇ ਪਾਸੇ ਦਿਸਦਾ, ਸਾਰੇ ਪਾਸੇ ਅਨੁਭਵ ਹੋ ਰਿਹਾ। ਹੁਣ ਮੇਰੀ ਬੁੱਧੀ ਦੇ ਵਿੱਚ ਸਤਿਗੁਰੂ ਨੇ ਐਸਾ ਪਲਟਾ ਲੈ ਆਂਦਾ ਹੈ ਕਿ ਹੁਣ ਮੈਂ ਜਿੱਥੇ ਵੀ ਦੇਖਦਾ, ਮੈਂ ਇਹੀ ਅਨੁਭਵ ਕਰਦਾ ਕਿ ਹਰ ਜੀਵ ਦੇ ਵਿੱਚ, ਹਰ ਜੀਵ ਜੰਤ ਦੇ ਵਿੱਚ, ਹਰ ਮਨੁੱਖ ਮਾਤਰ ਦੇ ਵਿੱਚ ਮੈਨੂੰ ਉਹ ਪ੍ਰਭੂ ਨਜ਼ਰ ਆਉਂਦਾ, ਪ੍ਰਭੂ ਅਨੁਭਵ ਹੁੰਦਾ। ਤਾਂ ਕਬੀਰ ਜੀ ਕਹਿੰਦੇ ਹਨ ਕਿ ਉਹ ਹੀਰਾ ਜਿਹੜਾ ਸਾਡੀ ਜ਼ਿੰਦਗੀ ਦਾ ਮਕਸਦ ਹੈ, ਉਹ ਹੈ ਤਾਂ ਹਰ ਜੀਵ ਦੇ ਅੰਦਰ, ਪਰ ਉਹਨੂੰ ਅਨੁਭਵ ਕਰਨ ਦੇ ਲਈ ਸਾਨੂੰ ਕੀ ਹੈ ਕਿ ਸਤਿਗੁਰ ਬਚਨੀ ਮੈਂ ਪਾਈ। ਜਿਹੜੀ ਗੱਲ ਰਹਾਉ ਦੀ ਪੰਕਤੀ ਵਿੱਚ ਕਹੀ ਸੀ, ਹਰ ਕੀ ਕਥਾ, ਤੇ ਦੂਜਾ ਸ਼ਬਦ ਵਰਤਿਆ ਸੀ ਅਨਾਹਦ ਬਾਣੀ, ਸਤਿਗੁਰੂ ਦੀ ਬਾਣੀ, ਗੁਰਬਾਣੀ, ਗੁਰੂ ਦੀ ਬਾਣੀ। ਜਦੋਂ ਮੈਂ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ, ਤਾਂ ਮੈਨੂੰ ਉਹ ਹੀਰਾ ਪਛਾਣ ਦੇ ਵਿੱਚ ਆ ਗਿਆ, ਮੇਰੇ ਅਨੁਭਵ ਦੇ ਵਿੱਚ ਆ ਗਿਆ, ਮੇਰਾ ਉਹਦੇ ਨਾਲ ਪਿਆਰ ਹੋ ਗਿਆ, ਮੇਰੀ ਉਹਦੇ ਨਾਲ ਪਹਿਚਾਨ ਹੋ ਗਈ, ਮੇਰਾ ਰਿਸ਼ਤਾ ਜੁੜ ਗਿਆ। ਤੇ ਇਹੀ ਗੱਲ ਕਬੀਰ ਜੀ ਕਹਿ ਰਹੇ ਹਨ ਕਿ ਸਗਲ ਜੋਤ ਇਨ ਹੀਰਾ ਬੇਦੀ, ਸਤਿਗੁਰ ਬਚਨੀ ਮੈਂ ਪਾਈ। ਹੁਣ ਮੈਨੂੰ ਸਾਰੇ ਪਾਸੇ ਦਿਸਣਾ ਸ਼ੁਰੂ ਹੋ ਗਿਆ। ਹੁਣ ਮੈਂ ਜਿੱਧਰ ਨਜ਼ਰ ਮਾਰਦਾ ਹਾਂ, ਮੈਨੂੰ ਇਹੋ ਹੀ ਅਨੁਭਵ ਹੁੰਦਾ ਹੈ ਕਿ ਉਹ ਅਕਾਲ ਪੁਰਖ ਹੀ ਸਾਰੇ ਪਾਸੇ ਜਿਹੜਾ ਹੈ ਉਹ ਸਮਾਇਆ ਹੋਇਆ ਹੈ। ਤੇ ਅੰਤਲੇ ਬੰਦ ਵਿੱਚ ਜਿਹੜਾ ਦੂਜਾ ਬੰਦ ਹੈ, ਉਹਦੇ ਵਿੱਚ ਕਬੀਰ ਜੀ ਕਹਿ ਰਹੇ ਹਨ, ਕਹਿ ਕਬੀਰ ਹੀਰਾ ਅਸ ਦੇਖਿਓ। ਕਬੀਰ ਜੀ ਫਰਮਾ ਰਹੇ ਹਨ, ਉਹ ਹੀਰਾ ਅਸ ਭਾਵ ਐਸਾ, ਉਹ ਐਸਾ ਹੀਰਾ ਮੈਂ ਦੇਖ ਲਿਆ ਹੈ, ਜਗ ਮੈਂ ਰਹਿਆ ਸਮਾਈ। ਹੁਣ ਮੈਨੂੰ ਸਾਰੇ ਪਾਸੇ ਵਰਤਦਾ ਦਿਸ ਰਿਹਾ।
ਹੁਣ ਕਬੀਰ ਜੀ ਕਹਿ ਰਹੇ ਹਨ ਕਿ ਮੇਰੀ ਨਜ਼ਰ ਦੇ ਵਿੱਚ ਕੰਪਲੀਟ ਟਰਾਂਸਫਰਮੇਸ਼ਨ ਹੋ ਗਈ ਹੈ, ਕਿਉਂਕਿ ਗੁਰੂ ਦੇ ਉਪਦੇਸ਼ ਵਿੱਚ ਜੁੜ ਕੇ ਮੇਰੇ ਜੀਵਨ ਬਦਲ ਗਿਆ ਹੈ। ਮੇਰੇ ਜੀਵਨ ਵਿੱਚ ਪੂਰੀ ਤਰ੍ਹਾਂ ਪਲਟਾ ਆ ਗਿਆ ਹੈ, ਟਰਾਂਸਫਾਰਮ ਹੋ ਗਿਆ ਹੈ। ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਿਹਾ ਸੁਣ। ਹੁਣ ਮੈਨੂੰ ਹਰ ਥਾਂ, ਹਰ ਜੀਵ ਦੇ ਵਿੱਚ ਉਹ ਪ੍ਰਭੂ ਹੀਰਾ ਦਿਸ ਰਿਹਾ ਹੈ, ਅਨੁਭਵ ਹੋ ਰਿਹਾ ਹੈ। ਤੇ ਜਦੋਂ ਹਰ ਜੀਵ ਦੇ ਅੰਦਰ ਹੈ ਤਾਂ ਉਹ ਮੇਰੇ ਅੰਦਰ ਵੀ ਹੈ ਤੇ ਉਹ ਮੇਰੇ ਹਿਰਦੇ ਵਿੱਚ ਵੀ ਹੈ। ਹੁਣ ਮੈਨੂੰ ਉਹਨੂੰ ਦੇਖਣ ਲਈ, ਉਹਨੂੰ ਅਨੁਭਵ ਕਰਨ ਲਈ ਵੀ ਕਿਤੇ ਬਾਹਰ ਵੀ ਨਹੀਂ ਜਾਣਾ ਪੈਂਦਾ, ਕਿਤੇ ਬਾਹਰ ਦੇਖਣਾ ਵੀ ਨਹੀਂ ਪੈਂਦਾ, ਮੇਰੇ ਹਿਰਦੇ ਵਿੱਚ ਹੀ ਹੈ ਤੇ ਮੈਂ ਉਹਦੇ ਵਿੱਚ ਦਰਸ਼ਨ ਕਰ ਲੈਣੇ। ਮੈਂ ਉਹਦਾ ਦਰਸ਼ਨ ਭਾਵ ਪ੍ਰਤੱਖ ਅਨੁਭਵ ਕਰ ਲਿਆ, ਉਹ ਮੇਰੇ ਅਨੁਭਵ ਵਿੱਚ ਆ ਗਿਆ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੀਆਂ 5 ਸੈਂਸਿਸ ਦੇ ਅਨੁਭਵ ਵਿੱਚ ਕੋਈ ਚੀਜ਼ ਆ ਜਾਂਦੀ ਹੈ, ਫਿਰ ਸਾਡੇ ਮਨ ਵਿੱਚ ਸ਼ੱਕ ਨਹੀਂ ਰਹਿੰਦਾ ਕਿ ਇਹ ਹੈ ਜਾਂ ਨਹੀਂ ਹੈ। ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਹੱਥ ਕੰਗਣ ਨੂੰ ਆਰਸੀ ਕੀ, ਉਸੇ ਤਰ੍ਹਾਂ ਹੀ ਮੈਂ ਹੁਣ ਉਹ ਜਿਹੜਾ ਹੈਗਾ ਕਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਿਹਾ ਸਮਾਈ, ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਮ ਦੀਆ ਦਿਖਾ। ਗੁਰਗਮ ਦਾ ਮਤਲਬ ਹੈ, ਗਮ ਅਸੀਂ ਕਹਿੰਦੇ ਹਾਂ, ਅਗੰਮ ਸ਼ਬਦ ਅਸੀਂ ਆਮ ਵਰਤਦੇ ਹਾਂ, ਉਹਦੀ ਵਿਆਖਿਆ ਵੀ ਕਰਦੇ ਹਾਂ ਕਿ ਭਾਵ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਉਹਨੂੰ ਅਗੰਮ ਕਹਿ ਦਿੰਦੇ ਹਾਂ। ਤਾਂ ਗਮ ਦਾ ਭਾਵ ਹੈ ਪਹੁੰਚ। ਗੁਰਗਮ ਭਾਵ ਉਹ ਗੁਰੂ ਜਿਹਦੀ ਪਹੁੰਚ ਹੈ ਉਸ ਅਕਾਲ ਪੁਰਖ ਤੱਕ, ਭਾਵ ਜਿਹਦਾ ਰਿਸ਼ਤਾ ਹੈ ਬੜਾ ਨੇੜੇ ਦਾ ਉਸ ਅਕਾਲ ਪੁਰਖ ਦੇ ਨਾਲ, ਉਸ ਸਤਿਗੁਰੂ ਨੇ ਜਿਹਦੀ ਪ੍ਰਭੂ ਤੱਕ ਪਹੁੰਚ ਹੈ, ਜਿਹੜਾ ਪ੍ਰਭੂ ਦੇ ਬਹੁਤ ਨੇੜੇ ਹੈ, ਉਹਨੇ ਜਦੋਂ ਦੀਆ ਦਿਖਾਈ ਭਾਵ ਮੇਰੇ ਤੇ ਕਿਰਪਾਲ ਹੋ ਕੇ ਬਖਸ਼ਿਸ਼ ਕਰਕੇ ਕਿਰਪਾ ਕੀਤੀ, ਤੇ ਫਿਰ ਉਹਨੇ ਮੈਨੂੰ ਕੀ ਕੀਤਾ, ਗੁਪਤਾ ਹੀਰਾ ਪ੍ਰਗਟ ਭਇਓ। ਉਹ ਹੀਰਾ ਜਿਹੜਾ ਮੈਨੂੰ ਪਹਿਲਾਂ ਦਿਸ ਨਹੀਂ ਸੀ ਰਿਹਾ, ਪਹਿਲਾਂ ਗੁਪਤ ਸੀ, ਹੁਣ ਉਹ ਕੀ ਹੋ ਗਿਆ, ਉਹ ਪ੍ਰਗਟ ਹੋ ਗਿਆ। ਉਹਨੇ ਮੈਨੂੰ ਪ੍ਰਗਟ ਕਰਕੇ ਦਿਖਲਾ ਦਿੱਤਾ, ਭਾਵ ਇੰਨਾ ਉਹਨੇ ਮੈਨੂੰ ਉਸ ਚੀਜ਼ ਦਾ ਅਨੁਭਵ ਕਰਵਾ ਦਿੱਤਾ, ਉਸ ਅਕਾਲ ਪੁਰਖ ਦਾ ਅਨੁਭਵ ਕਰਵਾ ਦਿੱਤਾ ਕਿ ਉਹ ਪ੍ਰਗਟ ਹੋ ਗਿਆ। ਜਿਵੇਂ ਪ੍ਰਤੱਖ ਮੇਰੇ ਸਾਹਮਣੇ ਕੋਈ ਚੀਜ਼ ਹੋਵੇ, ਮੈਨੂੰ ਇਸ ਤਰ੍ਹਾਂ ਦਾ ਅਨੁਭਵ ਉਸ ਅਕਾਲ ਪੁਰਖ ਦਾ ਹੋ। ਜਿਵੇਂ ਨਾਮ ਦੇ ਬਾਰੇ ਇੱਕ ਹੋਰ ਜਗ੍ਹਾ ਤੇ ਫਰਮਾਨ ਆਉਂਦਾ ਹੈ ਕਿ ਰਤਨ ਜਵੇਹਰ ਲਾਲ ਹਰ ਨਾਮਾ, ਗੁਰ ਕਾਢ ਕਰੀ ਤਲੀ ਦਿਖਲਾਇਆ। ਕਾਢ ਤਲੀ ਦਿਖਲਾ ਦਿੱਤਾ, ਗੁਰੂ ਨੇ ਇੰਨੀ ਮਿਹਰ ਕੀਤੀ ਕਿ ਉਸ ਅਕਾਲ ਪੁਰਖ ਦੇ ਨਾਲ ਮੇਰਾ ਰਿਸ਼ਤਾ ਇਉਂ ਜੋੜ ਦਿੱਤਾ, ਮੈਨੂੰ ਅਕਾਲ ਪੁਰਖ ਦੇ ਦਰਸ਼ਨ ਇਉਂ ਕਰਾ ਦਿੱਤੇ ਜਿਵੇਂ ਕੋਈ ਚੀਜ਼ ਬਿਲਕੁਲ ਮੇਰੇ ਸਾਹਮਣੇ ਰੱਖੀ ਹੋਵੇ। ਤੋ ਇੱਥੇ ਵੀ ਕਬੀਰ ਜੀ ਉਸੇ ਭਾਵ ਦੇ ਵਿੱਚ ਕਹਿੰਦੇ ਹਨ ਕਿ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਮ ਦੀਆ ਦਿਖਾ। ਹੁਣ ਮੇਰੇ ਸਾਹਮਣੇ ਪ੍ਰਤੱਖ ਅਨੁਭਵ ਦੇ ਵਿੱਚ ਆ ਗਿਆ। ਹੁਣ ਦੀਆ ਦਿਖਾਈ ਦਾ ਅਰਥ ਇੱਥੇ ਕੀ ਹੈ ਕਿ ਗੁਰੂ ਨੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਿਆ, ਕਿਰਪਾ ਕੀਤੀ, ਉਪਦੇਸ਼ ਦਿੱਤਾ, ਤੇ ਉਪਦੇਸ਼ ਨੂੰ ਸਮਝਾਇਆ, ਇਸ ਢੰਗ ਨਾਲ ਸਮਝਾਇਆ ਕਿ ਉਹ ਮੇਰੇ ਜੀਵਨ ਦੇ ਵਿੱਚ ਉਹ ਪ੍ਰਗਟ ਹੋ ਗਿਆ। ਮੈਨੂੰ ਉਹਨੇ ਜੀਵਨ ਜਾਚ ਉਹ ਦੱਸੀ ਜਿਹੜੀ ਉਸ ਗੁਰੂ ਦੇ ਉਪਦੇਸ਼ ਦੇ ਮੁਤਾਬਕ ਮੈਂ ਜੀ ਸਕਦਾ, ਤੇ ਉਹਨੇ ਮੈਨੂੰ ਬਖਸ਼ਿਸ਼ ਕੀਤੀ, ਮੈਨੂੰ ਉਹ ਬਲ ਦਿੱਤਾ, ਮੈਨੂੰ ਉਹ ਅਸੀਸ ਦਿੱਤੀ ਕਿ ਮੈਂ ਉਸ ਜੀਵਨ ਨੂੰ ਜੀਆਂ। ਤੇ ਫਿਰ ਉਹੀ ਬੁੱਧੀ ਜਿਹਨੂੰ ਪਹਿਲਾਂ ਅਕਾਲ ਪੁਰਖ ਗੁਪਤ ਲੱਗ ਰਿਹਾ ਸੀ, ਜੀਵਨ ਨੇ ਐਸਾ ਪਲਟਾ ਖਾਧਾ ਕਿ ਹੁਣ ਗੁਪਤਾ ਹੀਰਾ ਪ੍ਰਗਟ ਪਏ ਜਬ ਗੁਰਗਮ ਦੀਆ ਦਿਖਾ। ਇਸ ਸ਼ਬਦ ਦੇ ਵਿੱਚ ਜੋ ਕਬੀਰ ਜੀ ਨੇ ਸਾਡੇ ਸਾਹਮਣੇ ਇੱਕ ਬੜਾ ਵਰਤਿਆ ਹੈ, ਇੱਕ ਉਦਾਹਰਣ ਵਰਤੀ ਹੈ ਰਹਾਉ ਦੀ ਪੰਕਤੀ ਵਿੱਚ, ਹੰਸ ਹੋਏ ਹੀਰਾ ਲੈ ਪਛਾਣ। ਹੁਣ ਇਹ ਹੰਸ ਤੋਂ ਕਬੀਰ ਜੀ ਦਾ ਕੀ ਭਾਵ? ਹੁਣ ਹੰਸ ਅਸੀਂ ਆਮ ਤੌਰ ਤੇ ਚਿੱਤਰ ਵੀ ਦੇਖਦੇ ਹਾਂ, ਤਕਰੀਬਨ ਉਸੇ ਕਿਸਮ ਦੇ ਬਣਾਏ ਹੁੰਦੇ ਹਨ ਜਿਹੋ ਜਿਹਾ ਇੱਕ ਪੰਛੀ ਹੈ ਜਿਹਨੂੰ ਸਵੈਨ ਕਹਿ ਦਿੰਦੇ ਹਾਂ, ਜੋ ਬਤਕਾਂ ਦਾ ਹੀ ਆਪਾਂ ਕਹਿ ਲਈਏ ਕਿ ਰਿਸ਼ਤੇਦਾਰ ਹੈ, ਪਰ ਉਹਦਾ ਸਰੀਰ ਬੜਾ ਹੀ ਸਿਮੈਟ੍ਰੀਕਲ, ਬੜਾ ਹੀ ਖੂਬਸੂਰਤ, ਉਹਦੀ ਗਰਦਨ, ਉਹਦੇ ਪੰਖ, ਉਹਦੇ ਸਰੀਰ ਦੀ ਬਣਤਰ, ਪਾਣੀ ਦੇ ਵਿੱਚ ਤਰਦਾ ਹੈ, ਹਵਾ ਦੇ ਵਿੱਚ ਉੱਡਦਾ ਹੈ, ਉਹਦਾ ਰੰਗ ਬਿਲਕੁਲ ਬੇਦਾਗ ਚਿੱਟਾ ਹੁੰਦਾ ਹੈ। ਆਪਾਂ ਇਉਂ ਸਮਝ ਲਈਏ ਕਿ ਉਹ ਇੱਕ ਬੜੀ
ਪਰਫੈਕਸ਼ਨ ਦਾ ਇੱਕ ਸਾਹਮਣੇ ਸਾਡੇ ਜਿਵੇਂ ਪਿਕਚਰ ਹੁੰਦੀ ਹੈ, ਉਸ ਤਰ੍ਹਾਂ ਉਹਨੂੰ ਮੰਨ ਲਿਆ ਗਿਆ। ਵੈਸੇ ਧਾਰਮਿਕ ਸਾਹਿਤ ਦੇ ਵਿੱਚ ਹੰਸ ਦਾ ਅਰਥ ਉਹ ਸਵੈਨ ਨਹੀਂ ਹੈ। ਇਹ ਇੱਕ ਕਨਸੈਪਟ ਨੂੰ ਦ੍ਰਿਸ਼ਟਮਾਨ ਕਰਨ ਦੇ ਲਈ ਚਿੰਨ੍ਹ ਵਰਤਿਆ ਗਿਆ ਹੈ। ਇਹ ਕਿਸੇ ਜਾਨਵਰ ਦਾ ਨਾਮ ਨਹੀਂ ਹੈ ਕਿ ਅਸੀਂ ਇਹਨੂੰ ਲੱਭਣ ਤੁਰ ਪਈਏ ਕਿ ਹੰਸ ਕਿੱਥੇ ਰਹਿੰਦਾ ਹੈ, ਕੀ ਹੈ। ਹਾਲਾਂਕਿ ਹੰਸ, ਕਈ ਉਹਨਾਂ ਨੂੰ ਕਹਿੰਦੇ ਵੀ ਹਨ, ਉਸ ਸਵੈਨ ਨੂੰ ਹੰਸ ਵੀ ਕਹਿ ਦਿੱਤਾ ਜਾਂਦਾ ਹੈ। ਪਰ ਅਧਿਆਤਮਕ ਜਿਹੜਾ ਫੀਲਡ ਹੈ ਉਹਦੇ ਵਿੱਚ ਇਹ ਹੰਸ ਤੋਂ ਭਾਵ ਹੈ ਕਿ ਇੱਕ ਅਤ ਉੱਚੀ ਪਰਫੈਕਟ ਜਿਹੜੀ ਆਤਮਿਕ ਅਵਸਥਾ ਦਾ ਚਿੰਨ੍ਹ ਹੈ, ਕਿਉਂਕਿ ਇਹ ਬਿਲਕੁਲ ਪਰਫੈਕਟ ਮੰਨਿਆ ਜਾਂਦਾ ਹੈ। ਇਹਨੂੰ ਇੱਕ ਕਨਸੈਪਟ ਆਪਾਂ ਸਮਝ ਲਈਏ, ਬਜਾਏ ਇਸ ਦੇ ਕਿ ਹੰਸ ਨੂੰ ਅਸੀਂ ਫਿਜ਼ੀਕਲੀ ਲੱਭਣ ਵਾਲੀ ਗੱਲ ਕਰੀਏ। ਤੋ ਹੰਸ ਦੇ ਨਾਲ ਕੁਝ ਹੋਰ ਲੱਛਣ ਵੀ ਮੰਨ ਲਏ ਗਏ ਕਿ ਉਹਦੀ ਖੁਰਾਕ ਜਿਹੜੀ ਆ ਸਭ ਤੋਂ ਉੱਤਮ ਮੰਨੀ ਗਈ। ਉਹ ਸਿਰਫ ਖੂਬਸੂਰਤ ਹੀ ਨਹੀਂ ਹੈ, ਪਰਫੈਕਟ ਹੀ ਨਹੀਂ ਹੈ, ਉਹਦੀ ਖੁਰਾਕ ਵੀ ਸਭ ਤੋਂ ਉੱਤਮ ਵਸਤੂ ਹੈ। ਇਹ ਮੰਨ ਲਿਆ ਗਿਆ ਕਿ ਜਿਹੜੇ ਹੰਸ ਹਨ, ਇਹਨਾਂ ਨੇ ਹੀਰੇ ਤੇ ਮੋਤੀਆਂ ਦੀ ਖੁਰਾਕ ਜਿਹੜੀ ਖਾਣੀ। ਭਾਵ ਉਹਨੂੰ ਪਹਿਚਾਣ ਹੈ ਕਿ ਮੈਂ ਕੀ ਖਾਣਾ, ਤੇ ਖਾਣੀ ਉਹਨੇ ਸਿਰਫ ਉੱਤਮ ਵਸਤੂ ਹੈ। ਇਸੇ ਤਰ੍ਹਾਂ ਹੀ ਹੰਸ ਦੇ ਵਿੱਚ ਇੱਕ ਹੋਰ ਖਾਸੀਅਤ ਮੰਨੀ ਗਈ ਕਿ ਉਹਦੀ ਚੁੰਝ ਦੇ ਵਿੱਚ ਇਹ ਸ਼ਕਤੀ ਹੈ। ਆਮ ਤੌਰ ਤੇ ਕਹਿ ਦਿੱਤਾ ਜਾਂਦਾ ਖਟਾਸ ਹੈ, ਜਿਹਦੇ ਨਾਲ ਅਗਰ ਉਹ ਦੁੱਧ ਪੀਣ ਲੱਗਦਾ ਹੈ ਤੇ ਦੁੱਧ ਦੇ ਵਿੱਚੋਂ ਦੁੱਧ ਭਾਵ ਜੋ ਉਹਦਾ ਪਨੀਰ ਜਿਹਾ ਬਣਦਾ ਹੈ, ਉਹ ਤੇ ਪਾਣੀ ਵੱਖਰਾ ਹੋ ਜਾਂਦਾ। ਉਹਦੇ ਵਿੱਚ ਉਹ ਸ਼ਕਤੀ ਹੈ ਕਿ ਤੱਤ ਵਸਤੂ ਤੇ ਫਾਲਤੂ ਦਾ ਜੋ ਮਟੀਰੀਅਲ ਹੈ ਉਹਨੂੰ ਵੱਖਰਾ ਵੱਖਰਾ ਕਰਕੇ ਉਹ ਇਹ ਦੇਖ ਲਵੇ ਕਿ ਮੈਨੂੰ ਕੀ ਚਾਹੀਦਾ। ਤੇ ਇੱਕ ਹੋਰ ਉਹਦੇ ਵਾਸਤੇ ਮੰਨੀ ਗਈ ਹੈ ਕਿ ਵਾਸਾ ਉਹਦਾ ਮਾਨ ਸਰੋਵਰ ਦਾ ਮੰਨਿਆ ਗਿਆ। ਬਾਣੀ ਵਿੱਚ ਵੀ ਇਹ ਰੈਫਰੈਂਸਿਸ ਬਹੁਤ ਆਉਂਦੀਆਂ ਹਨ। ਤਾਂ ਭਾਵ ਇਹ ਕਿ ਇੱਕ ਕਨਸੈਪਟ ਹੈ ਕਿ ਉਹ ਜਿਹੜਾ ਹੈ ਉਹ ਮਾਨ ਸਰੋਵਰ ਦਾ ਵਾਸੀ ਹੈ। ਉਹਦੇ ਵਿੱਚ ਇੱਕ ਐਸੀ ਬੁੱਧੀ ਹੈ, ਐਸੀ ਸ਼ਕਤੀ ਹੈ, ਜਿਹਨੂੰ ਅਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਇੱਕ ਵਿਵੇਕ ਬੁੱਧੀ ਕਹਿ ਸਕਦੇ ਹਾਂ, ਕਿ ਉਹ ਫਰਕ ਕਰ ਸਕਦਾ ਹੈ ਕਿ ਮੈਂ ਤੱਤ ਤੇ ਜਿਹੜਾ ਪਾਣੀ ਹੈ ਉਹਨੂੰ ਮੈਂ ਵੱਖਰਾ ਕਰ ਲਵਾਂ। ਇਹ ਇੱਕ ਵਿਵੇਕ ਬੁੱਧੀ ਦੀ ਸ਼ਕਤੀ ਉਹਦੇ ਵਿੱਚ ਹੈ। ਤੇ ਖੁਰਾਕ ਉਹਦੀ ਸਭ ਤੋਂ ਉੱਤਮ ਹੈ, ਜੋ ਹੋਰ ਕਿਸੇ ਜੀਵ ਜੰਤ ਦੀ ਨਹੀਂ ਹੈ। ਭਾਵ ਆਮ ਜੀਵ ਜੰਤਾਂ ਦੀ ਜਿਹੜੀ ਖੁਰਾਕ ਨਹੀਂ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ, ਹੰਸਾ ਹੀਰਾ ਮੋਤੀ ਚੁਗਣਾ। ਤੋ ਇਹ ਇੱਕ ਪਰਫੈਕਟ ਅਵਸਥਾ ਦੀ ਗੱਲ ਹੈ। ਇਹ ਦੇਖਣ ਨੂੰ ਤਾਂ ਭਾਵੇਂ ਜਿਹੜਾ ਹੈਗਾ ਉਹ ਆਪਾਂ ਕਹੀਏ ਕਿ ਇਹ ਕਈ ਥਾਵਾਂ ਦੇ ਉੱਤੇ ਸਾਨੂੰ ਇਹਦੇ ਨਾਲ ਮਿਲਦੇ ਜੁਲਦੇ ਜਿਹੜੇ ਨੇ ਉਹ ਜੀ ਜੰਤ ਸਾਨੂੰ ਪੰਛੀ ਮਿਲ ਸਕਦੇ ਨੇ, ਦੇਖਣ ਨੂੰ ਤਾਂ ਉਸੇ ਤਰ੍ਹਾਂ ਹੀ ਲੱਗਦੇ ਨੇ, ਪਰ ਇਹਨਾਂ ਦੇ ਵਿੱਚ ਜਿਹੜੀ ਇਹ ਸ਼ਕਤੀਆਂ ਨੇ ਉਹ ਸਿਰਫ ਐਕਸਪੀਰੀਅੰਸ ਕਰਨ ਦੇ ਨਾਲ ਹੀ ਸਾਨੂੰ ਮਿਲ ਜਾਂਦੀ, ਉਸ ਤੋਂ ਬਿਨਾਂ ਨਹੀਂ ਮਿਲ ਸਕਦੀ। ਤੋ ਇਸੇ ਤਰ੍ਹਾਂ ਹੀ ਇਹ ਜਿਹੜਾ ਚਿੰਨ੍ਹ ਹੈ ਇਹ ਗੁਰਮੁਖਾਂ ਵਾਸਤੇ ਵਰਤਿਆ ਜਾਂਦਾ ਹੈ ਕਿ ਗੁਰਮੁਖ ਭਾਵੇਂ ਦੇਖਣ ਨੂੰ ਤਾਂ ਹੋਰ ਆਮ ਧਾਰਮਿਕ ਭਲੇ ਪੁਰਖਾਂ ਵਰਗੇ ਹੀ ਦਿਸਦੇ ਹੋਣ, ਪਰ ਅਸਲ ਫਰਕ ਉਹਨਾਂ ਦੇ ਵਿੱਚ ਕੀ ਹੈ? ਉਹਨਾਂ ਦੇ ਵਿੱਚ ਇਹ ਸ਼ਕਤੀ ਹੈ ਕਿ ਉਹਨਾਂ ਨੂੰ ਸੱਚ ਤੇ ਝੂਠ ਦਾ, ਚੰਗੇ ਤੇ ਮੰਦੇ ਦੀ ਜਿਹੜੀ ਫਰਕ ਹੈ, ਵਿਵੇਕ ਬੁੱਧੀ ਹੈ, ਉਹ ਫਰਕ ਹੈ। ਤੇ ਉਹਨਾਂ ਦੀ ਖੁਰਾਕ ਜਿਹੜੀ ਹੈ ਕਿ ਉਹਨਾਂ ਨੂੰ ਸਿਰਫ ਤੱਤ ਵਸਤੂ, ਜਿਹੜੀ ਸਭ ਤੋਂ ਉੱਤਮ ਵਸਤੂ ਹੈ, ਸਿਰਫ ਉਹ ਹੀ ਚਾਹੀਦੀ। ਤੋ ਗੁਰਬਾਣੀ ਵਿੱਚ ਹੰਸ ਸ਼ਬਦ ਜਿਹੜਾ ਹੈ ਇੱਕ ਹੋਰ ਸੈਂਸ ਦੇ ਵਿੱਚ ਵੀ ਵਰਤਿਆ ਗਿਆ ਹੈ ਕਿ ਜਦੋਂ ਕਿਹਾ ਜਾਂਦਾ ਹੈ ਕਿ ਹੰਸ ਸ਼ਬਦ ਜਿਹੜਾ ਹੈ ਇਹ ਆਤਮਾ ਦੇ ਵਾਸਤੇ, ਜਿਵੇਂ ਪਹਿਲਾਂ ਹੀਰਾ, ਦੋਹਾਂ ਦੇ ਵਾਸਤੇ ਵਰਤਿਆ ਗਿਆ ਹੈ, ਤਾਂ ਹੰਸ ਆਤਮਾ ਦੇ ਵਾਸਤੇ ਵਰਤਿਆ ਗਿਆ ਹੈ ਕਿ ਹੰਸ ਚਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈਆਂ ਨਾਰੀ। ਭਾਵ ਕਿ ਜਦੋਂ ਹੰਸ ਚਲਿਆ ਜਾਂਦਾ ਹੈ, ਵਿੱਚੋਂ ਨਿਕਲ ਜਾਂਦਾ ਹੈ, ਤਾਂ ਸਰੀਰ ਜਿਹੜਾ ਉਹਦੀ ਹਾਲਤ ਇੱਕ ਛੁੱਟੜ ਨਾਰੀ, ਜਿਹਦਾ ਕੋਈ ਵਾਲੀ ਵਾਰਿਸ ਨਾ ਹੋਵੇ, ਜਿਹਦਾ ਕੋਈ ਖਸਮ ਨਾ ਹੋਵੇ। ਤੋ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਸਰੀਰ ਦੇ ਅੰਦਰ ਜਿਹੜਾ ਸਾਡੇ ਜੀਵਨ ਦਾ ਕੇਂਦਰ ਹੈ, ਉਹਨੂੰ ਵੀ ਸਤਿਗੁਰੂ ਜੀ ਨੇ ਹੰਸ ਦਾ ਨਾਮ ਦਿੱਤਾ। ਤੋ ਹੰਸ ਦਾ ਨਾਮ ਹੈ ਕਿ ਸਰੀਰ ਦਾ ਜਿਹੜਾ ਤੱਤ ਹੈ ਉਹ ਜਿਹੜਾ ਹੈ ਉਹਨੂੰ ਵੀ ਹੰਸ ਕਿਹਾ ਹੈ, ਸਰੀਰ ਦਾ ਕੇਂਦਰ ਵੀ ਹੈ। ਸੋ ਇਸ ਤਰ੍ਹਾਂ ਅਗਰ ਇਸ ਨਜ਼ਰ ਨਾਲ ਦੇਖੀਏ ਕਿ ਜੋ ਹੰਸ ਜੀਵਾਤਮਾ ਦੇ, ਜਿਹੜੀ ਜੀਵਾਤਮਾ ਉਹਨੂੰ ਹੰਸ ਕਿਹਾ, ਤੇ ਜਿਹੜੀ ਜੀਵਾਤਮਾ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਹਨ, ਕੰਮ ਆਉਣ ਵਾਲੇ ਕੰਮ ਹਨ, ਗੱਲਾਂ ਹਨ, ਕਿਉਂਕਿ ਉਹ ਹੰਸ ਵੀ ਜਿਹੜੀ ਜੀਵਾਤਮਾ ਹੈ ਉਹ ਵੀ ਸਤ ਸਰੂਪ ਦਾ ਹੀ ਅੰਸ਼ ਹੈ। ਤੋ ਜਦੋਂ ਮਨੁੱਖ ਨੇ ਪ੍ਰਭੂ ਦੇ ਅੰਸ਼ ਹੰਸ ਜੀਵਾਤਮਾ ਦੇ ਪ੍ਰਭੂ ਨਾਲ ਜੁੜ ਜਾਣ ਦੇ ਮਨੋਰਥ ਨਾਲ ਆਪਣਾ ਜੀਵਨ ਨੂੰ ਢਾਲਣਾ ਸ਼ੁਰੂ ਕਰ ਦਿੱਤਾ, ਤਾਂ ਫਿਰ ਉਹ ਵੀ ਹੰਸ ਹੋ ਗਿਆ, ਕਿਉਂਕਿ ਸਾਡੀ ਆਤਮਾ ਹੰਸ ਹੈ।
ਪ੍ਰਭੂ ਨੂੰ ਵੀ ਪਰਮਹੰਸ ਕਿਹਾ ਗਿਆ ਹੈ। ਤੇ ਉਹ ਵਿਅਕਤੀ ਜਿਹਨੇ ਹੰਸ ਜੀਵਾਤਮਾ ਦੀਆਂ ਨੀਡਸ ਨੂੰ, ਜਿਹੜੀਆਂ ਉਹਦੇ ਆਬਜੈਕਟਿਵ ਹਨ, ਮਨੋਰਥ ਹੈ ਜੀਵਨ ਦਾ, ਉਹਨੂੰ ਆਪਣੇ ਅੱਗੇ ਰੱਖ ਲਿਆ ਤੇ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲਣਾ ਸ਼ੁਰੂ ਕਰ ਲਿਆ, ਤਾਂ ਫਿਰ ਉਹ ਜੀਵ ਵੀ ਹੰਸ ਹੋ ਗਿਆ। ਭਾਵ ਹੰਸ ਹੋਏ ਹੀਰਾ ਲੈ ਪਛਾਣ। ਜਦੋਂ ਮਨੁੱਖ ਆਪਣੀ ਆਤਮਾ ਦੀਆਂ ਲੋੜਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਂਦਾ ਹੈ, ਤਾਂ ਫਿਰ ਉਹ ਕੀ ਬਣ ਜਾਂਦਾ ਹੈ? ਉਹ ਹੰਸ ਹੀ ਹੋ ਜਾਂਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਹੰਸ ਕਹਿਣ ਦਾ ਇੱਕ ਅਰਥ ਆਪਾਂ ਇਹ ਵੀ ਸਮਝ ਸਕਦੇ ਹਾਂ ਕਿ ਇਹ ਉਹ ਪਰਫੈਕਸ਼ਨ ਹੈ, ਕਿਉਂਕਿ ਉਹ ਪ੍ਰਭੂ ਦੀ ਜੋਤ ਜੋ ਸਾਡੇ ਅੰਦਰ ਹੈ, ਉਹਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਢਾਲ ਲੈਂਦੇ। ਤੇ ਜਦੋਂ ਅਸੀਂ ਆਪਣੇ ਅੰਦਰ ਬੈਠੇ ਹੰਸ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ ਹਾਂ, ਤਾਂ ਫਿਰ ਇਹ ਹੋ ਗਿਆ ਕਿ ਸਾਨੂੰ ਪ੍ਰੇਰਣਾ ਮਿਲੇਗੀ ਕਿ ਹਰ ਚੀਜ਼ ਨੂੰ ਅਸੀਂ ਪਰਖੀਏ ਕਿ ਮੇਰੇ ਆਤਮਿਕ ਜੀਵਨ ਲਈ ਕੈਸੀ ਹੈ, ਕੀ ਇਹ ਮੇਰੇ ਆਤਮਿਕ ਜੀਵਨ ਲਈ ਲਾਹੇਵੰਦੀ ਹੈ, ਤਾਂ ਮੈਨੂੰ ਕੀ ਕੰਮ ਕਰਨੇ ਚਾਹੀਦੇ ਹਨ। ਇਹੀ ਉਹ ਵਿਵੇਕ ਬੁੱਧ ਹੈ ਜਿਹਨੂੰ ਪ੍ਰਗਟਾਇਆ ਗਿਆ ਹੈ ਕਿ ਹੰਸ ਦੇ ਵਿੱਚੋਂ ਸ਼ਕਤੀ ਹੈ ਕਿ ਉਹ ਦੁੱਧ ਦੇ ਵਿੱਚੋਂ ਪਾਣੀ ਤੇ ਦੁੱਧ ਵੱਖਰਾ ਕਰ ਲੈਂਦਾ। ਇਹ ਵਿਵੇਕ ਬੁੱਧ ਹੈ ਜਿਹੜੀ ਮਨੁੱਖ ਜਦੋਂ ਆਪਣੇ ਅੰਦਰ ਬੈਠੇ ਪ੍ਰਭੂ ਦੇ ਨਾਲ ਜੁੜ ਜਾਂਦਾ ਹੈ, ਉਹਦੀ ਪ੍ਰਾਪਤੀ ਵੱਲ ਯਤਨਸ਼ੀਲ ਹੋ ਜਾਂਦਾ ਹੈ, ਤਾਂ ਮਨੁੱਖ ਨੂੰ ਹੰਸ ਇਸੇ ਕਰਕੇ ਕਿਹਾ ਗਿਆ ਕਿ ਉਹਦੇ ਵਿੱਚ ਵਿਵੇਕ ਬੁੱਧੀ ਹੰਸ ਵਰਗੀ ਉਦਾਂ ਦੀ ਵਿਕਸਿਤ ਹੋ ਜਾਂਦੀ। ਤੇ ਦੂਜਾ ਇਹ ਹੈ ਕਿ ਫਿਰ ਉਹ ਇਹ ਦੇਖਦਾ ਹੈ ਕਿ ਮੈਂ ਉਹ ਕੰਮ ਕਰਨੇ ਹਨ ਜਿਹੜੇ ਮੇਰੇ ਆਤਮਿਕ ਜੀਵਨ ਦੇ ਲਈ ਸਹਾਇਕ ਹਨ। ਪਹਿਲਾਂ ਤਾਂ ਪਤਾ ਹੋਵੇ ਕਿ ਕਿਹੜੇ ਕੰਮ ਸਹਾਇਕ ਹਨ, ਤੇ ਫਿਰ ਉਸ ਦੀ ਖੁਰਾਕ ਜੋ ਹੈ ਜੀਵਨ ਦੇ ਜਿਹੜੇ ਕੰਮ ਹਨ, ਉਹ ਵੀ ਅਤ ਉੱਤਮ ਹੋ ਜਾਂਦੇ ਹਨ, ਮਾਨੋ ਕਿ ਇੱਕ ਹੰਸ ਦਾ ਹੀਰੇ ਮੋਤੀ ਦੀ ਖੁਰਾਕ ਬਣ। ਜਿਹੜਾ ਕੰਮ ਮੇਰੇ ਆਤਮਿਕ ਜੀਵਨ ਲਈ ਚੰਗਾ ਹੈ ਉਹ ਮੋਤੀ ਹੈ, ਕਿਉਂਕਿ ਉਹ ਮੈਨੂੰ ਪ੍ਰਭੂ ਹੀਰੇ ਤੱਕ ਲੈ ਕੇ ਜਾ ਰਿਹਾ। ਜਿਹੜਾ ਕੰਮ ਮੇਰੇ ਜੀਵਨ ਦਾ ਜਿਹੜਾ ਐਕਸ਼ਨ ਜਿਹੜਾ ਹੈ ਉਹ ਪ੍ਰਭੂ ਤੱਕ ਲੈ ਕੇ ਨਹੀਂ ਜਾ ਰਿਹਾ, ਤਾਂ ਉਹ ਸਮਝ ਲਓ ਕਿ ਇਹ ਹੋ ਗਿਆ ਕਿ ਹੰਸ ਨੇ ਹੀਰਾ ਮੋਤੀ ਨਹੀਂ ਖਾਧਾ, ਕੁਝ ਹੋਰ ਹੋ ਗਿਆ। ਪਰ ਹੰਸ ਤਾਂ ਐਸਾ ਕਰ ਨਹੀਂ ਸਕਦਾ, ਉਹਨੂੰ ਚੰਗਾ ਹੀ ਨਹੀਂ ਲੱਗਦਾ, ਉਹਦੀ ਰੁਚੀ ਹੀ ਨਹੀਂ ਬਣਦੀ। ਤੇ ਮਨੁੱਖ ਵਿੱਚ ਇਹ ਗੁਣ ਪੈਦਾ ਹੋ ਜਾਂਦੇ ਹਨ, ਤੇ ਇਸੇ ਨੂੰ ਹੀ ਹੰਸ ਕਿਹਾ ਜਾਂਦਾ ਹੈ, ਕਿਉਂਕਿ ਫਿਰ ਇਸ ਬਿਰਤੀ ਨੂੰ ਵੀ ਹੰਸ ਬਿਰਤੀ ਕਿਹਾ ਜਾਂਦਾ ਹੈ। ਫਿਰ ਉਹ ਬਗਲਿਆਂ ਵਾਲੇ ਕੰਮ ਛੱਡ ਦਿੰਦਾ ਹੈ, ਫਿਰ ਉਹ ਕਾਵਾਂ ਵਾਲੇ ਕੰਮ ਛੱਡ ਦਿੰਦਾ ਹੈ। ਪੰਨਾ 960 ਉੱਤੇ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸ਼ਬਦ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ। ਭਾਵ ਅੰਦਰੋਂ ਅਗਿਆਨੀ ਹੈ ਤੇ ਬਾਹਰੋਂ ਉਹਦੇ ਕੰਮ ਵੀ ਅਗਿਆਨੀਆਂ ਵਾਲੇ ਹਨ। ਕੂੜੀ ਕੂੜੀ ਗਾਵੈ। ਹੁਣ ਗਾ ਤਾਂ ਉਹ ਧਰਮ ਦੇ ਗੀਤ ਰਿਹਾ, ਜਿਵੇਂ ਅਸੀਂ ਕਰਦੇ ਹਾਂ, ਬਾਹਰੋਂ ਧਾਰਮਿਕ ਰੂਪ, ਧਾਰਮਿਕ ਚਿੰਨ੍ਹ ਸਾਰੇ ਅਸੀਂ ਧਾਰਨ ਕਰ ਲੈਂਦੇ ਹਾਂ। ਦੇਹੀ ਧੋਵੈ ਚੱਕਰ ਬਣਾਏ, ਇੱਥੇ ਗੱਲ ਚੱਕਰਾਂ ਦੀ ਕੀਤੀ ਹੈ ਜੋ ਦੂਜੇ ਮਤਾਂ ਦੇ ਚਿੰਨ੍ਹ ਹਨ, ਪਰ ਅਸੀਂ ਆਪਣੇ ਤੇ ਜਰਾ ਝੁਕਾ ਕੇ ਦੇਖੀਏ ਕਿ ਕੀ ਅਸੀਂ ਆਪਣੇ ਆਪ ਨੂੰ ਧਾਰਮਿਕ ਚਿੰਨ੍ਹ ਧਾਰਨ ਕਰਕੇ ਅਸੀਂ ਆਪਣੇ ਆਪ ਨੂੰ ਉੱਚੇ ਆਤਮਿਕ ਜੀਵਨ ਵਾਲਾ ਤਾਂ ਨਹੀਂ ਸਮਝ ਲੈਂਦੇ ਗਲਤੀ ਦੇ ਨਾਲ। ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤ ਆਵੈ। ਆਪਣੇ ਅੰਦਰ ਜ਼ਰਾ ਨਜ਼ਰ ਮਾਰੀਏ ਕਿ ਮਾਇਆ ਸਾਡੇ ਅੰਦਰ, ਮਾਇਆ ਦੇ ਫੁਰਨੇ, ਮਾਇਆ ਦੀ ਰੁਚੀ ਸਾਡੇ ਅੰਦਰ ਹਰ ਵੇਲੇ ਹੈ, ਤੇ ਉਧਰ ਨੂੰ ਹੀ ਅਸੀਂ ਭਜਦੇ ਰਹਿੰਦੇ ਹਾਂ। ਅੰਦਰ ਹਉਮੈ ਮੈਲ ਨਾ ਉਤਰੈ, ਫਿਰ ਆਵੈ ਜਾ। ਹੁਣ ਹਉਮੈ ਅੰਦਰ ਇਤਨੀ ਹੈ ਕਿ ਅਸੀਂ ਗੁਰੂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ, ਕੋਈ ਚੰਗੀ ਮੱਤ ਲੈਣ ਨੂੰ ਵੀ ਤਿਆਰ ਨਹੀਂ ਹੈ, ਤੇ ਫਿਰ ਹਾਲ ਸਾਡਾ ਉਹੀ ਹੋਣਾ। ਫਿਰ ਆਵੈ ਜਾਵੈ, ਨੀਂਦ ਵਿਆਪਿਆ ਸੁੱਤਾ ਪਿਆ ਹੈ ਗਫਲਤ ਦੇ ਵਿੱਚ, ਅਵੇਸਲਾ ਹੋ ਕੇ ਕਾਮ ਸੰਤਾਪਿਆ, ਮੁੱਖੋਂ ਹਰ ਹਰ ਗਾਵੈ। ਮੁੱਖੋਂ ਤਾਂ ਬਾਣੀ ਪੜ੍ਹ ਰਿਹਾ ਹੈ, ਹਰੀ ਦੇ ਗੁਣ ਗਾ ਰਿਹਾ ਹੈ, ਪਰ ਅੰਦਰ ਦੀ ਕੀ ਹਾਲਤ ਹੈ, ਉਂਝ ਅਸੀਂ ਗਾਫਲ ਹਾਂ। ਕਾਮ ਸੰਤਾਪਿਆ ਹੈ, ਜੀਵਨ ਦੀਆਂ ਇੱਛਾਵਾਂ ਸਾਡੇ ਉੱਤੇ ਹਾਵੀ ਹਨ। ਨਾਮ ਅਸੀਂ ਬੜੇ ਧਰਮੀ ਗੁਰਮੁਖਾਂ ਵਾਲੇ ਰੱਖ ਲੈਂਦੇ ਹਾਂ, ਵੈਸ਼ਨੋ ਨਾਮ ਕਰਮ ਹਉ ਜੁਗਤਾ। ਹਉ ਜੁਗਤਾ ਭਾਵ ਹਉਮੈ ਦੀ ਜੁਗਤ ਵਾਲੇ ਕਰਮ ਨੇ ਮੇਰੇ। ਤੋ ਕੁੱਟੇ ਕਿਆ ਫਲ ਪਾਵੇ। ਤੋ ਕਹਿੰਦੇ ਹਨ ਜਦੋਂ ਜੀਰੀ ਨੂੰ, ਚਾਵਲ ਨੂੰ ਦਾਣਿਆਂ ਤੋਂ ਅਲੱਗ ਕਰਦੇ ਹਨ, ਤੇ ਜਿਹੜਾ ਛਿਲਕਾ ਵੱਖਰਾ ਹੋ ਜਾਂਦਾ ਹੈ, ਉਹਨੂੰ ਤੋ ਕਹਿੰਦੇ ਹਨ। ਉਹ ਦਾਣਿਆਂ ਨੂੰ, ਜਿਨ੍ਹਾਂ ਦੇ ਵਿੱਚ ਅੰਦਰ ਚਾਵਲ ਦਾ ਦਾਣਾ ਹੈ, ਉਹਨਾਂ ਨੂੰ ਕੁੱਟਿਆਂ ਦੇ ਵਿੱਚੋਂ ਕੁਝ ਲੱਭ ਜਾਏਗਾ, ਪਰ ਛਿਲਕੇ ਨੂੰ ਕੁੱਟਿਆਂ ਕੀ ਲੱਭੇਗਾ। ਤੋ ਕੁੱਟੇ ਕਿਆ ਫਲ ਪਾਵੇ।
ਬੈਠ ਤਾਂ ਅਸੀਂ ਜਾਂਦੇ ਹਾਂ, ਸਾਡੇ ਜੀਵਨ ਦੀ ਜੋ ਬਣਤਰ ਹੈ ਉਹ ਇਹ ਹੈ ਕਿ ਬੈਠ ਤਾਂ ਜਾਂਦੇ ਹਾਂ ਅਸੀਂ ਗੁਰਮੁਖਾਂ ਦੇ ਵਿੱਚ, ਪਰ ਨਜ਼ਰ ਸਾਡੀ ਕਿੱਥੇ ਹੁੰਦੀ ਹੈ? ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿਤ ਬੈਠਾ ਮੱਛੀ ਨੂੰ ਤਾਲ ਲਾਵੇ। ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠਦੇ ਹਾਂ ਤੇ ਮੱਛੀ ਨੂੰ ਸ਼ਿਕਾਰ ਲੱਭਦੇ ਫਿਰਦੇ ਹੁੰਦੇ। ਗੁਰਦੁਆਰੇ ਜਾ ਕੇ ਬੈਠਦੇ ਹਾਂ, ਪਰ ਸਾਡਾ ਧਿਆਨ ਨਾ ਬਾਣੀ ਵਿੱਚ ਹੈ, ਨਾ ਗੁਰੂ ਦੀ ਸਿੱਖਿਆ ਵਿੱਚ। ਨਜ਼ਰਾਂ ਚੁੱਕ ਚੁੱਕ ਕੇ ਆਏ ਗਏ ਨੂੰ ਦੇਖਦੇ ਰਹਿੰਦੇ। ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਪੱਗਾਂ ਨਾਲ ਜੋੜ ਕਦੇ ਨਾ ਆਵੇ। ਹੁਣ ਹੰਸ ਤਾਂ ਹੰਸ ਹੈ, ਉਹਦੇ ਸਾਹਮਣੇ ਬਗਲਾ ਪਖੰਡ ਨਹੀਂ ਕਰ ਸਕਦਾ। ਉਹਦਾ ਕਿਵੇਂ ਬਗਲਿਆਂ ਦੇ ਨਾਲ ਜੋੜ ਬਣ ਸਕਦਾ? ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ, ਹੰਸ ਦੇ ਵਿੱਚ ਤਾਂ ਵਿਵੇਕ ਬੁੱਧੀ ਹੈ। ਉਹਨੇ ਹੀਰਾ ਮੋਤੀ ਜੋ ਆਤਮਿਕ ਜੀਵਨ ਦੇ ਲਈ ਚੰਗੇ ਕੰਮ, ਉਹਨੇ ਕੇਵਲ ਉਹ ਹੀ ਕਰਨੇ ਹਨ। ਪਰ ਇੱਕ ਜਿਹੜਾ ਸਾਡੇ ਵਰਗਾ ਬਗਲਾ ਹੈ, ਬੱਗ ਡੱਡਾਂ ਭਾਲਣ ਜਾਵੇ, ਉਹ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਭੈੜੀਆਂ ਭੈੜੀਆਂ ਵਸਤਾਂ ਦੇ ਪਿੱਛੇ ਭੱਜਾ ਫਿਰਦਾ ਹੈ। ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੇ ਮੰਝ ਲਿਖਾਵੇ। ਕਿਤੇ ਮੇਰਾ ਭੇਦ ਨਾ ਖੁੱਲ ਜਾਏ ਗੁਰਮੁਖਾਂ ਦੇ ਵਿੱਚ। ਇਹ ਸਾਡੀ ਅਵਸਥਾ ਬਣ ਜਾਂਦੀ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ਼ ਦਿਚੈ ਜਾਂ ਹਰ ਏਵੈ ਪਾਵੈ। ਸਤਿਗੁਰੂ ਜੀ ਫਰਮਾ ਰਹੇ ਹਨ, ਉਹਨੇ ਦੇ ਵਿੱਚ ਵੀ ਉਹਦਾ ਕੀ ਕਸੂਰ ਹੈ ਜੋ ਬਗਲੇ ਹਨ? ਕਿਉਂਕਿ ਅਕਾਲ ਪੁਰਖ ਨੇ ਉਹਨੂੰ ਸੁਭਾਅ ਹੀ ਇਹੋ ਜਿਹਾ ਦਿੱਤਾ ਹੈ, ਜਿੱਥੇ ਉਹ ਲਾਇਆ ਉੱਥੇ ਉਹ ਲੱਗ ਗਿਆ। ਪਰ ਪ੍ਰਾਪਤ ਕਿਵੇਂ ਹੋਵੇ ਉਹ ਅਵਸਥਾ? ਸਤਿਗੁਰ ਸਾਗਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਏ। ਜਿਹਦੇ ਤੇ ਕਿਰਪਾ ਹੋ ਜਾਏ, ਉਹ ਸਤਿਗੁਰੂ ਜਿਹੜਾ ਸਰਵਰ ਹੈ, ਰਤਨਾਂ ਨਾਲ ਭਰਿਆ ਹੋਇਆ, ਗੁਣਾਂ ਨਾਲ, ਅਕਾਲ ਪੁਰਖ ਦੇ ਗੁਣਾਂ ਦੇ ਨਾਲ ਭਰਿਆ ਹੋਇਆ ਸਰਵਰ ਹੈ, ਜਿਹਦੇ ਉੱਤੇ ਉਹ ਸਤਿਗੁਰੂ ਦੀ ਕਿਰਪਾ ਹੋ ਜਾਵੇ, ਉਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕੈ ਹੁਕਮਾਵੈ, ਰਤਨ ਪਦਾਰਥ ਮਾਨਕ ਸਰਵਰ ਭਰਪੂਰੇ, ਖਾਏ ਖਰਚ ਰਹੇ ਤੋਟ ਨਾ ਆਵੇ। ਉਹ ਤਾਂ ਵੰਡਦੇ ਫਿਰਦੇ ਹਨ, ਪਰ ਕੋਈ ਲੈਣ ਵਾਲਾ ਵੀ ਤਾਂ ਹੋਵੇ। ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੈ ਭਾਵੈ, ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ, ਸੋ ਸਿੱਖ ਗੁਰੂ ਪਇਆ। ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਸ਼ਟ ਚੜਾ। ਇਹ ਹੈ ਉਸ ਹੰਸ ਦੀ ਪਿਕਚਰ ਜੋ ਅੰਤਲੇ ਬੰਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ। ਪਰ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ, ਇਹ ਸਾਡੇ ਜੀਵਨ ਦੇ ਵਿੱਚ ਹੰਸ ਕਿਵੇਂ ਬਣਨਾ ਹੈ, ਕਿਵੇਂ ਵਰਤਣਾ ਹੈ, ਇਹ ਜਿਹੜੀ ਗੱਲ ਹੈ ਉਹਦੀ ਰੁਚੀਆਂ ਤੋਂ ਹੋਣੀ ਹੈ। ਇਹ ਨਹੀਂ ਕਿ ਮੂੰਹ ਤੋਂ ਅਸੀਂ ਹਰੀ ਹਰੀ ਕਰ ਦਿੱਤਾ, ਚੰਗੇ ਚੰਗੇ ਗੁਣ ਗਾ ਲਏ, ਭਜਨ ਗਾ ਲਏ, ਬਾਣੀ ਪੜ੍ਹ ਲਈ। ਨਹੀਂ, ਪਰਖ ਤਾਂ ਸਾਡੇ ਕੰਮਾਂ ਤੋਂ ਹੋਣੀ ਹੈ ਕਿ ਅਸੀਂ ਕੰਮ ਕੀ ਕਰ ਰਹੇ ਹਾਂ। ਤੇ ਜਦੋਂ ਗੁਰੂ ਦੇ ਉਪਦੇਸ਼ ਨਾਲ ਜੁੜਾਂਗੇ, ਪ੍ਰਭੂ ਦੇ ਗੁਣ ਗਾਉਣ ਦਾ, ਉਹਨੂੰ ਹਿਰਦੇ ਵਿੱਚ ਵਸਾਉਣ ਦਾ, ਔਰ ਉਹ ਕੰਮ ਕਰਾਂਗੇ, ਆਪਣੇ ਜੀਵਨ ਨੂੰ ਗੁਰੂ ਦੇ ਉਪਦੇਸ਼ ਦੇ ਮੁਤਾਬਕ ਢਾਲਾਂਗੇ, ਤੇ ਤਾਂ ਹੀ ਇਸ ਰਸਤੇ ਦੇ ਉੱਤੇ ਤੁਰ ਕੇ ਸਾਡੀ ਜਿਹੜੀ ਅਵਸਥਾ ਹੈ ਉਹ ਹੰਸ ਵਾਲੀ ਬਣ ਸਕੇ। ਫੇਰ ਹੀ ਸਾਡਾ ਸੰਬੰਧ, ਉਹ ਜਿਹੜੀ ਪਛਾਣ ਵਾਲੀ ਗੱਲ ਪਹਿਲੇ ਸ਼ਬਦ ਜਿਹੜਾ ਆਪਾਂ ਵਿਚਾਰ ਕਰ ਰਹੇ ਹਾਂ, ਹੰਸ ਹੋਏ ਹੀਰਾ ਲੈ ਪਛਾਣੀ, ਫਿਰ ਪਛਾਣ ਬਣਨੀ ਹੈ ਸਾਡੀ ਉਸ ਅਕਾਲ ਪੁਰਖ, ਫਿਰ ਰਿਸ਼ਤਾ ਗੰਢਿਆ ਜਾਣਾ। ਉਸ ਤੋਂ ਬਿਨਾਂ ਸਾਡੀ ਗੱਲ ਨਹੀਂ ਬਣਨੀ। ਔਰ ਇਹ ਜੋ ਚੀਜ਼ ਹੈ, ਇਹ ਸਾਡੇ ਧਿਆਨ ਦੇਣ ਵਾਲੀ ਹੈ ਕਿ ਗੁਰਮਤਿ ਦੇ ਵਿੱਚ ਜਿਹੜਾ ਹੰਸ ਨੂੰ ਵਰਤਿਆ ਗਿਆ ਹੈ, ਇਹੀ ਉਹੀ ਅਵਸਥਾ ਹੈ ਜਿਹੜੀ ਗੁਰਮੁਖ ਦੀ ਅਵਸਥਾ। ਔਰ ਇਸ ਦੇ ਲੱਛਣ ਕੀ ਦੱਸੇ ਹਨ? ਸਤਿਗੁਰੂ ਜੀ ਨੇ ਦੱਸੇ ਹਨ, ਨਿਰਮਲ ਕਾਇਆ ਉਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਹੰਸਾ, ਸਗਲੇ ਦੁਖ ਅੰਮ੍ਰਿਤ ਕਰ ਪੀਵੈ, ਬਾਹੜ ਦੁਖ ਨਾ ਪਾਏ। ਭਾਵ ਜਦੋਂ ਅੰਦਰ ਉਜਲਾ ਹੰਸ ਹੋ ਜਾਂਦਾ ਹੈ, ਸਾਡੀ ਜੋ ਆਤਮਾ ਹੈ ਉਸ ਪ੍ਰਭੂ ਨਾਲ ਜੁੜ ਕੇ, ਸਾਡਾ ਜੀਵਨ ਦੇ ਵਿੱਚ ਟਰਾਂਸਫਰਮੇਸ਼ਨ ਹੋ ਜਾਂਦੀ ਹੈ ਉਸ ਦੇ ਨਾਲ ਜੁੜ ਕੇ, ਤਾਂ ਫਿਰ ਕਾਇਆ ਵੀ ਨਿਰਮਲ ਹੋ ਜਾਂਦੀ ਹੈ। ਕਿਉਂਕਿ ਜਦੋਂ ਮਾੜੇ ਕੰਮ ਹੀ ਨਹੀਂ ਕਰਨੇ ਤਾਂ ਕਾਇਆ ਤਾਂ ਆਪੇ ਨਿਰਮਲ ਹੋ ਗਈ, ਕਿਉਂਕਿ ਅੰਦਰ ਉਸ ਅਕਾਲ ਪੁਰਖ ਨਿਰੰਜਨ ਦਾ ਅੰਸ਼ ਵਸ ਗਿਆ। ਫਿਰ ਸਗਲੇ ਦੁੱਖ ਅੰਮ੍ਰਿਤ ਕਰ ਪੀਵੈ, ਜਦੋਂ ਉਸ ਪ੍ਰਭੂ ਦੇ ਅੰਮ੍ਰਿਤ ਨਾਮ ਦੇ ਨਾਲ ਜੁੜ ਗਿਆ ਤਾਂ ਫਿਰ ਸਗਲੇ ਦੁੱਖ ਜਿਹੜੇ ਹਨ ਇਹ ਪੀਤੇ ਗਏ, ਖਤਮ ਹੋ ਗਏ।
ਬਹੁੜ ਦੁੱਖ ਨਾ ਪਾਏਗਾ। ਫਿਰ ਕਿਉਂਕਿ ਉਹ ਅਵਸਥਾ ਹੀ ਐਸੀ ਬਣ ਗਈ ਕਿ ਇਸ ਜੀਵਨ ਦੇ ਵਿੱਚ ਕੋਈ ਚਿੰਤਾ, ਕੋਈ ਝੋਰਾ, ਕੋਈ ਚੰਚਲਤਾ, ਕੋਈ ਇੱਧਰ ਜਾਣਾ, ਉੱਧਰ ਭਜਣਾ, ਮਾਇਆ ਪਿੱਛੇ ਭਜਣਾ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ। ਪਰ ਇਹ ਹੋਏਗਾ ਤਾਂ ਜਦੋਂ ਸਾਡਾ ਜੀਵਨ ਟਰਾਂਸਫਾਰਮ ਹੋ ਜਾਏਗਾ। ਇਹ ਕੋਈ ਬਿਲੀਫ ਸਿਸਟਮ ਨਹੀਂ ਹੈ ਕਿ ਜਿਹੜਾ ਅਸੀਂ ਕੋਈ ਗਿਆਨ ਲੈ ਲਿਆ ਤੇ ਸਾਡੇ ਅੰਦਰ ਕੋਈ ਗਿਆਨ, ਅਸੀਂ ਕਿਤਾਬਾਂ ਪੜ੍ਹ ਲਈਆਂ, ਗ੍ਰੰਥ ਪੜ੍ਹ ਲਏ, ਤੇ ਇਹ ਕੋਈ ਬਿਲੀਫ ਸਿਸਟਮ ਨਹੀਂ। ਨਾ ਹੀ ਇਹ ਕਲੈਕਸ਼ਨ ਆਫ ਰਿਚੁਅਲਸ ਹੈ, ਨਾ ਹੀ ਇਹ ਬਾਹਰ ਦਾ ਭੇਖ ਹੈ, ਪਹਿਰਾਵਾ ਹੈ। ਇਹ ਹੰਸ ਬਣਨਾ ਇਹ ਨਹੀਂ ਹੈ। ਕਿਉਂਕਿ ਜਿਵੇਂ ਆਪਾਂ ਪਹਿਲੇ ਸ਼ਬਦ ਦੇ ਵਿੱਚ ਵਿਚਾਰ ਕੀਤੀ ਹੈ ਕਿ ਜੇ ਅਸੀਂ ਬਾਹਰੋਂ ਉਹ ਜਿਹਾ ਰੂਪ ਧਾਰਨ ਕਰਕੇ ਗੁਰਮੁਖਾਂ ਦੀ ਸੰਗਤ ਤੇ ਜਾ ਕੇ ਬੈਠ ਵੀ ਜਾਂਦੇ ਆ, ਤਾਂ ਫਿਰ ਵੀ ਸਾਨੂੰ ਹਮੇਸ਼ਾ ਹੀ ਡਰ ਲੱਗਾ ਰਹਿੰਦਾ ਵੀ ਮੇਰਾ ਅੰਦਰ ਨਾ ਕੋਈ ਪੜ ਲਵੇ, ਮੇਰੇ ਅੰਦਰ ਦੀ ਗੱਲ ਨਾ ਕੋਈ ਦੇਖ ਲਵੇ ਕਿ ਮੇਰੇ ਅੰਦਰ ਕੀ ਹੈ, ਮੇਰੇ ਵਿਚਾਰ ਕੈਸੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਕੰਪਲੀਟ ਟਰਾਂਸਫਰਮੇਸ਼ਨ ਨੂੰ ਉਹਨਾਂ ਨੇ ਜਿਹੜੀ ਹੈ ਉਹ ਹੰਸ ਦੀ ਅਵਸਥਾ ਕਹੀ ਹੈ। ਇਹ ਕੋਈ ਦਾਤਾਂ ਲੈ ਲੈਣੀਆਂ ਗੁਰੂ ਦੇ ਅੱਗੇ ਅਰਦਾਸਾਂ ਕਰਕੇ, ਇਹ ਹੰਸ ਬਣਨਾ ਨਹੀਂ ਹੈ। ਦੁੱਖਾਂ ਤੋਂ ਮੁਕਤੀ ਕਿਸੇ ਤਰ੍ਹਾਂ ਪ੍ਰਾਪਤ ਕਰ ਲੈਣੀ, ਕੋਈ ਕਰਾਮਾਤੀ ਸ਼ਕਤੀਆਂ, ਰਿੱਧੀਆਂ ਸਿੱਧੀਆਂ, ਤੀਰਥ ਯਾਤਰਾਵਾਂ, ਕੋਈ ਸਮਾਧੀਆਂ ਲਾ ਲੈਣੀਆਂ, ਇਹ ਹੰਸਾਂ ਦੇ ਕੰਮ ਨਹੀਂ ਹਨ। ਹੰਸਾਂ ਦੇ ਕੰਮ ਇਹ ਹਨ ਕਿ ਉਸ ਅਕਾਲ ਪੁਰਖ ਦੇ ਨਾਲ ਮਨ ਨੂੰ ਖੁਬਾ ਕੇ ਉਹਦੇ ਵਿੱਚ ਇਕਮਿਕ ਕਰਕੇ ਜੀਵਨ ਨੂੰ ਟਰਾਂਸਫਾਰਮ ਕਰਨ। ਜਦੋਂ ਹਿਰਦੇ ਦੀ ਕਾਇਆ ਕਲਪ ਹੋ ਜਾਂਦੀ ਹੈ, ਉਹੀ ਹੰਸ ਦੀ ਅਵਸਥਾ ਹੈ। ਇਹਨੂੰ ਬਾਣੀ ਦੇ ਵਿੱਚ ਵੀ ਉਹੀ ਕਿਹਾ ਗਿਆ ਹੈ, ਔਰ ਇਹਦੇ ਤੋਂ ਬਿਲਕੁਲ ਇਹ ਗੱਲ ਸਪਸ਼ਟ ਸਮਝ ਹੋ ਜਾਂਦੀ ਹੈ ਕਿ ਬਗਲਾ ਵੀ ਜਿਵੇਂ ਹੰਸ ਹੋ ਜਾਂਦਾ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਇਆ, ਕੌਆ ਹੰਸ, ਕਾਂ ਹੰਸ ਬਣ ਗਿਆ, ਬਗਲਾ ਹੰਸ ਬਣ ਗਿਆ। ਇਹ ਗੁਰਮਤ ਦਾ ਰਾਹ ਹੈ, ਜਿਹੜਾ ਕੰਪਲੀਟ ਟਰਾਂਸਫਰਮੇਸ਼ਨ ਦਾ ਰਸਤਾ ਹੈ। ਇਸ ਤੋਂ ਘੱਟ ਕੁਝ ਵੀ ਨਹੀਂ। ਤਾਂ ਹੰਸ ਦੀ ਗੱਲ ਜਿਹੜੀ ਕਬੀਰ ਜੀ ਨੇ ਕੀਤੀ ਹੈ, ਇਹ ਕਿਸੇ ਤਰੀਕੇ ਦੇ ਨਾਲ, ਹੋਰ ਕਿਸੇ ਵੀ ਇਸ ਤੋਂ ਛੋਟੇ ਤਰੀਕੇ ਦੇ ਨਾਲ ਹੰਸ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਉਹ ਪ੍ਰਾਪਤ ਸਿਰਫ ਉਦੋਂ ਹੀ ਹੋ ਸਕਦੀ ਹੈ ਜਦੋਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾਈਏ, ਉਹਦਾ ਉਪਦੇਸ਼ ਲੈ ਕੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰੀਏ। ਸਤਿਗੁਰ ਬਚਨੀ ਮੈਂ ਪਾਈ। ਤੇ ਫਿਰ ਜਦੋਂ ਸਾਡੇ ਜੀਵਨ ਦੇ ਵਿੱਚ ਇਹ ਟਰਾਂਸਫਰਮੇਸ਼ਨ ਆ ਜਾਵੇ, ਸਾਡੀ ਵਿਵੇਕ ਬੁੱਧ ਐਸੀ ਬਣ ਜਾਵੇ, ਸਾਡੀ ਦਿਵ ਦ੍ਰਿਸ਼ਟੀ ਐਸੀ ਬਣ ਜਾਵੇ ਕਿ ਅਸੀਂ ਜਿੱਥੇ ਦੇਖੀਏ ਉਸ ਅਕਾਲ ਪੁਰਖ ਦੇ ਸਾਨੂੰ ਦਰਸ਼ਨ ਹੋਣ। ਦਰਸ਼ਨ ਭਾਵ ਉਹਦਾ ਪੂਰੀ ਤਰ੍ਹਾਂ ਸਾਨੂੰ ਪ੍ਰਤੱਖ ਅਨੁਭਵ ਹੋਵੇ ਕਿ ਸਾਨੂੰ ਕਿਸੇ ਜੀਵ ਦੇ ਵੱਲ ਦੇਖੀਏ ਤੇ ਉਹ ਜੀਵ ਨਾ ਦਿਸੇ, ਉਹਦੇ ਅੰਦਰ ਬੈਠਾ ਪ੍ਰਭੂ ਦਿਸੇ। ਇਹ ਉਹ ਅਵਸਥਾ ਹੈ ਹੰਸ ਦੀ। ਹਰ ਕੀ ਕਥਾ ਅਨਾਹਦ ਬਾਣੀ, ਪ੍ਰਭੂ ਦੇ ਗੁਣਾਂ ਨਾਲ ਜੁੜ ਕੇ ਪ੍ਰਾਪਤ ਹੁੰਦੀ ਹੈ। ਗੁਰੂ ਦੇ ਇੱਕ ਰਸ ਵਰਤ ਰਹੇ ਉਪਦੇਸ਼ ਦੇ ਨਾਲ ਜਿਹੜੀ ਪ੍ਰਾਪਤ ਹੁੰਦੀ ਹੈ। ਤੇ ਫਿਰ ਜਦੋਂ ਬੰਦਾ ਟਰਾਂਸਫਾਰਮ ਹੋ ਕੇ ਹੰਸ ਹੋਏ ਇਸ ਅਵਸਥਾ ਤੱਕ ਪਹੁੰਚਦਾ ਹੈ, ਫਿਰ ਉਸ ਅਕਾਲ ਪੁਰਖ ਦੇ ਨਾਲ ਰਿਸ਼ਤਾ ਬੰਨਿਆ ਜਾਂਦਾ ਹੈ, ਰਿਸ਼ਤਾ ਗੰਢਿਆ ਜਾਂਦਾ ਹੈ। ਫਿਰ ਹਰ ਥਾਂ ਉਹ ਅਕਾਲ ਪੁਰਖ ਹੀ ਵਰਤਦਾ ਦਿਸਦਾ। ਤੇ ਕਬੀਰ ਜੀ ਫਿਰ ਉਹ ਜਿਹੜੀ ਗੱਲ ਅਖੀਰ ਤੇ ਕਹਿ ਰਹੇ ਹਨ ਕਿ ਇਹ ਹੋਣਾ ਉਦੋਂ ਹੀ ਹੈ। ਬਾਰ-ਬਾਰ ਪਹਿਲੇ ਵੀ ਸਤਿਗੁਰੂ ਜੀ ਉਹਨਾਂ ਨੇ ਕਿਹਾ ਸਤਿਗੁਰ ਬਚਨੀ ਮੈਂ ਪਾਈ, ਤੇ ਅਖੀਰ ਉੱਤੇ ਵੀ ਉਹਨਾਂ ਨੇ ਉਪਦੇਸ਼ ਦਿੱਤਾ ਹੈ ਗੁਰਗਮ ਦੀਆ ਦੇਖਾ। ਉਹ ਪਹੁੰਚ ਵਾਲੇ ਅਕਾਲ ਪੁਰਖ ਨਾਲ ਪੱਕੇ ਰਿਸ਼ਤੇ ਵਾਲੇ ਪਹੁੰਚ ਵਾਲੇ ਗੁਰੂ ਨੇ ਮੈਨੂੰ ਦਿਖਾ ਦਿੱਤਾ ਹੈ, ਕਿਰਪਾ ਕੀਤੀ ਹੈ, ਮੇਰੇ ਤੇ ਅਤ ਦਾ ਤਰਸ ਕੀਤਾ ਹੈ, ਮੈਨੂੰ ਦਿਖਾ ਦਿੱਤਾ ਹੈ। ਤੇ ਉਹ ਜੋ ਮੈਨੂੰ ਦਿਸਦਾ ਹੀ ਨਹੀਂ ਸੀ, ਮੇਰੀ ਮੱਤ, ਮੇਰੀ ਬੁੱਧੀ ਮੇਰੀ ਬਲੀਨ ਹੋਈ ਸੀ, ਮੈਨੂੰ ਉਹ ਅਕਾਲ ਪੁਰਖ ਦੇ ਦਰਸ਼ਨ ਹੀ ਨਹੀਂ ਸੀ ਹੁੰਦੇ, ਹੁਣ ਉਹ ਪ੍ਰਗਟ ਹੋ। ਇਹ ਵਿਵੇਕ ਬੁੱਧੀ ਪ੍ਰਗਟ ਹੋ ਗਈ ਕਿਉਂਕਿ ਮੇਰੇ ਜੀਵਨ ਦੀ ਜਾਂਚ ਮੇਰੇ ਸਤਿਗੁਰੂ ਨੇ ਦਿਖਾ ਦਿੱਤੀ। ਹੁਣ ਮੈਨੂੰ ਚੰਗੇ ਤੇ ਮਾੜੇ ਦੀ ਪਹਿਚਾਨ ਹੋ ਗਈ। ਹੁਣ ਮੇਰੀ ਜੀਵਨ ਦੇ ਸਾਰੇ ਕੰਮ ਉਹ ਹੋ ਗਏ ਜਿਹੜੇ ਉਸ ਅਕਾਲ ਪੁਰਖ ਨਾਲ ਮੇਲ ਦੇ ਰਸਤੇ ਦੇ ਉੱਤੇ ਤੋਰਨ ਵਾਲੇ ਹੋਣ। ਬਾਕੀ ਸਭ ਕੰਮ ਛੁੱਟ ਗਏ। ਜਿਵੇਂ ਉਸ ਸ਼ਬਦ ਦੇ ਵਿੱਚ ਆਇਆ ਸੀ ਕਿ ਫੇਰ ਤਾਂ ਇਹ ਬਿਰਤੀ ਬਣ ਗਈ ਕਿ ਸਵਾਏ ਹੀਰਿਆਂ ਦੇ, ਸਵਾਏ ਮੋਤੀਆਂ ਦੇ ਹੋਰ ਕੁਝ ਖਾਣਾ ਹੀ ਨਹੀਂ। ਤੇ ਜਦੋਂ ਤੱਕ ਸਾਡੀ ਖੁਰਾਕ ਇਸ ਜਗਤ ਦੀਆਂ ਭੈੜੀਆਂ ਵਸਤਾਂ, ਨੀਵੀਆਂ ਵਸਤਾਂ ਜੋ ਸਾਡੀ ਆਤਮਾ ਨੂੰ ਨੀਵਾਂ ਲੈ ਕੇ ਜਾ ਰਹੀਆਂ ਹਨ, ਜਦੋਂ ਤੱਕ ਸਾਡੀ ਖੁਰਾਕ ਸਾਡੇ ਕਰਮ, ਕਿਉਂਕਿ ਸਾਡੀ ਆਤਮਾ ਦੀ ਖੁਰਾਕ ਇਹ ਕੋਈ ਜਿਹੜੀਆਂ ਅਸੀਂ ਚੀਜ਼ਾਂ ਮੂੰਹ ਨਾਲ ਖਾਂਦੇ ਆ ਉਹ ਤਾਂ ਨਹੀਂ ਹਨ। ਸਾਡੀ ਆਤਮਾ ਦੀ ਖੁਰਾਕ ਤਾਂ ਸਾਡੇ ਕੰਮ ਹਨ, ਸਾਡੇ ਕਰਮ ਹਨ। ਕਿਉਂਕਿ ਜਦੋਂ ਸਾਡੇ ਕਰਮ ਜਿਹੜੇ ਹਨ
ਉਹ ਸਾਨੂੰ ਦੱਸਦੇ ਹਨ ਕਿ ਬਈ ਆਪਾਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿਹੜੇ ਕਰਮ ਹਨ ਜਿਹੜੇ ਮੇਰੀ ਆਤਮਿਕ ਅਵਸਥਾ ਦੇ ਵਾਸਤੇ ਚੰਗੇ ਹਨ। ਤਾਂ ਫਿਰ ਇਹ ਬੁੱਧੀ ਮਿਲਦੀ ਕਿੱਥੋਂ ਹੈ? ਗੁਰੂ ਦੇ ਪਾਸੋਂ ਆਪਾਂ ਕਿੱਥੇ ਜਾਈਏ ਤੇ ਕਿੱਥੋਂ ਇਹ ਅਸੀਂ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰੀਏ? ਤਾਂ ਬਚਨ ਹੈ, ਸਭ ਮੈਂ ਜਾਣੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ। ਇਹ ਵਿਵੇਕ ਬੁੱਧੀ ਸਾਨੂੰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੋਣੀ, ਉੱਥੋਂ ਹੀ ਪ੍ਰਭੂ ਦੀ ਭਗਤੀ ਪ੍ਰਾਪਤ ਹੋਣੀ ਹੈ, ਪ੍ਰਭੂ ਦਾ ਪ੍ਰੇਮ ਪ੍ਰਾਪਤ ਹੋਣਾ, ਔਰ ਉੱਥੋਂ ਹੀ ਸਤਿਗੁਰੂ ਦਾ ਉਪਦੇਸ਼ ਮਿਲਣਾ ਹੈ। ਸਤਿਗੁਰ ਬਚਨੀ ਮੈਂ ਪਾਈ ਕਿ ਸਾਧ ਸੰਗਤ ਮਿਲ ਬੁੱਧ ਵਿਵੇਕ। ਹੰਸ ਵਾਲੀ ਬੁੱਧੀ ਵਿਵੇਕ ਬਿਰਤੀ ਜੋ ਹੈ, ਇਹ ਸਾਧ ਸੰਗਤ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਣੀ। ਔਰ ਸੱਚ ਜਾਣੋ, ਗੁਰਬਾਣੀ ਕਹਿੰਦੀ ਹੈ ਕਿ ਜੇ ਸਾਡੀ ਬੁੱਧੀ ਵਿਵੇਕ ਨਹੀਂ ਬਣੀ, ਸਾਨੂੰ ਚੰਗੇ ਬੁਰੇ ਦੀ ਪਹਿਚਾਨ ਇਹ ਨਹੀਂ ਹੋਈ, ਸਾਡੇ ਕਰਮਾਂ ਦੇ ਵਿੱਚ ਸਾਡੀ ਖੁਰਾਕ ਉਹ ਹੀਰੇ ਮੋਤੀ, ਚੰਗੇ ਕਰਮ ਜਿਹੜੇ ਪ੍ਰਭੂ ਤੱਕ ਲੈ ਕੇ ਜਾਣ, ਉਹ ਹੀਰੇ ਮੋਤੀ ਸਾਡੀ ਖੁਰਾਕ ਨਹੀਂ ਬਣੇ, ਤਾਂ ਫਿਰ ਇਹ ਜਿਹੜਾ ਕੀਮਤੀ ਜਨਮ ਹੈ ਵੀ ਵਿਅਰਥ। ਪ੍ਰਮਾਣ ਹੈ, ਦੁਰਲਭ ਜਨਮ ਪੁੰਨ ਫਲ ਪਾਏ। ਇਹ ਜੋ ਜਿਹੜਾ ਸਾਡਾ ਦੁਰਲਭ ਅਤ ਕੀਮਤੀ ਨਾ ਲੱਭਣ ਵਾਲਾ ਜਿਹੜਾ ਜਨਮ ਹੈ ਨਾ, ਇਹ ਪਤਾ ਨਹੀਂ ਪਿਛਲੇ ਕੀਤੇ ਹੋਏ ਕਿਹੜੇ ਪੁੰਨਾਂ ਦੇ ਫਲ ਦੇ ਨਾਲ ਸਾਨੂੰ ਮਿਲਿਆ ਹੈ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ, ਇਹ ਬਿਰਥਾ ਜਾ ਰਿਹਾ ਹੈ। ਕਿਉਂ? ਅਵਿਵੇਕ ਹੈ, ਕਿਉਂਕਿ ਮੇਰੇ ਚ ਵਿਵੇਕ ਬੁੱਧੀ ਨਹੀਂ ਹੈ। ਮੈਂ ਕਰ ਕੀ ਰਿਹਾ ਹਾਂ? ਮੈਂ ਹੀਰਾ ਮੋਤੀ ਨਹੀਂ ਚੁਗ ਰਿਹਾ, ਮੈਂ ਉਹ ਡੱਡਾ ਭਾਲਣ ਲਈ ਹਰ ਵੇਲੇ ਤੁਰਿਆ ਫਿਰਦਾ ਹਾਂ। ਤੇ ਸਤਿਗੁਰੂ ਕਹਿ ਰਹੇ ਹਨ, ਭਗਤ ਰਵਿਦਾਸ ਜੀ ਦਾ ਇਹ ਸ਼ਬਦ ਹੈ, ਭਗਤ ਜੀ ਕਹਿ ਰਹੇ ਹਨ ਕਿ ਅਸੀਂ ਕਿੰਨਾ ਕੁਝ ਇਕੱਠਾ ਕਰ ਲਈਏ ਇਸ ਜਗਤ ਦਾ, ਜਿਹਨੂੰ ਇਕੱਠਾ ਕਰਨ ਲਈ ਅਸੀਂ ਭੱਜੇ ਫਿਰਦੇ ਹਾਂ। ਇਹ ਚੰਚਲ ਮਨ ਸਾਡਾ ਭੱਜਿਆ ਫਿਰਦਾ ਹੈ, ਕਦੀ ਇਹ ਲੈ ਆ, ਕਦੀ ਉਹ ਲੈ ਆ, ਇਹ ਇਕੱਠਾ ਕਰ ਲੈ, ਉਹ ਇਕੱਠਾ ਕਰ ਲੈ। ਤੇ ਉਦਾਹਰਨ ਦਿੰਦੇ ਹਨ ਕਿ ਸਾਡੇ ਮਿਥਿਹਾਸ ਵਿੱਚ ਇਹ ਮੰਨਿਆ ਗਿਆ ਹੈ ਕਿ ਸਭ ਤੋਂ ਵੱਡਾ ਮਹਿਲ, ਸਭ ਤੋਂ ਸੋਹਣਾ, ਸਭ ਤੋਂ ਕੀਮਤੀ ਮਹਿਲ ਰਾਜੇ ਇੰਦਰ ਦਾ ਸੀ। ਉਹ ਕਹਿੰਦੇ ਹਨ, ਭਗਤ ਜੀ ਕਹਿ ਰਹੇ ਹਨ, ਰਵਿਦਾਸ ਜੀ, ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਜੇ ਉਹਦੇ ਵਰਗਾ ਵੀ ਮਹਿਲ, ਉਹਦੇ ਵਰਗਾ ਵੀ ਆਸਨ ਬਣਾ ਲਿਆ ਤਾਂ ਵੀ ਕੀ ਕੰਮ ਹੈ? ਉਹਦਾ ਫਾਇਦਾ ਕੀ ਹੈ? ਬਿਨ ਹਰ ਭਗਤ ਕਹੋ ਕਿਉਂ ਲੇਖਾ। ਕਿਉਂਕਿ ਫਿਰ ਵੀ ਬਿਰਥਾ ਜਾਤ ਅਵਿਵੇਕਾ ਹੈ। ਇਹ ਚੀਜ਼ਾਂ ਜਿੰਨੀਆਂ ਮਰਜ਼ੀ ਅਸੀਂ ਇਕੱਠੀਆਂ ਕਰ ਲਈਏ, ਇਸ ਜਗਤ ਦੇ ਸਾਧਨਾਂ ਨੂੰ ਅਸੀਂ ਵਰਤਣਾ ਤਾਂ ਹੈ, ਪਰ ਜਦੋਂ ਸਾਡੀ ਸੁਰਤੀ ਇਹਨਾਂ ਦੇ ਵਿੱਚ ਸਮਾ ਜਾਏਗੀ, ਭਾਵ ਅਸੀਂ ਡੱਡਾਂ ਭਾਲਣ ਜਾਂਦੇ ਹਾਂ, ਇਹਨਾਂ ਨੂੰ ਵਰਤਦੇ ਹੋਏ ਸਾਡੀ ਸੁਰਤ ਉਸ ਪ੍ਰਭੂ ਦੇ ਨਾਲ ਜੁੜੀ ਹੋਈ ਨਹੀਂ, ਤਾਂ ਫੇਰ ਸਮਝ ਲਓ ਇਹ ਜਿਹੜਾ ਦੁਰਲਭ ਹੀਰੇ ਵਰਗਾ ਜਨਮ ਜੋ ਸਾਨੂੰ ਪਤਾ ਨਹੀਂ ਕਿਹੜੇ ਪੁੰਨ ਕਰਮ ਕਰਨ ਦੇ ਫਲ ਵਿੱਚ ਸਾਨੂੰ ਮਿਲਿਆ ਹੈ, ਇਹ ਬਿਰਥਾ ਚਲਾ ਜਾਏ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਇਸ ਸ਼ਬਦ ਦੇ ਵਿੱਚ ਕਿ ਹੇ ਭਾਈ, ਹੰਸ ਵਾਲੀ ਬਿਰਤੀ ਗ੍ਰਹਿਣ ਕਰ, ਵਿਵੇਕ ਬੁੱਧੀ ਹੰਸ ਵਾਲੀ ਧਾਰਨ ਕਰ, ਉਹਦੇ ਵਰਗੀ ਖੁਰਾਕ ਬਣਾ, ਭਾਵ ਉਹ ਕੰਮ ਕਰ ਜਿਹੜੇ ਤੇਰੇ ਆਤਮਿਕ ਜੀਵਨ ਨੂੰ ਉੱਚਾ ਚੁੱਕਣ, ਆਤਮਿਕ ਜੀਵਨ ਨੂੰ ਉੱਪਰ ਲੈ ਕੇ ਜਾਣ। ਇਹੀ ਹੰਸ ਬਣਨਾ। ਤੇ ਫਿਰ ਹੋਏਗਾ ਕਿ ਹਰ ਪਾਸੇ, ਹਰ ਵਕਤ, ਹਰ ਜੀ ਦੇ ਵਿੱਚ, ਹਰ ਜੰਤ ਦੇ ਵਿੱਚ, ਹਰ ਵਸਤੂ ਦੇ ਵਿੱਚ ਉਹ ਪ੍ਰਭੂ ਵਰਤਦਾ ਦਿਸ ਜਾਏਗਾ। ਤੇ ਜਿਸ ਦਿਨ ਇਹ ਅਵਸਥਾ ਬਣ ਗਈ, ਤਾਂ ਫਿਰ ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮੈਂ ਰਹਾ ਸਮਾਈ, ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰਗਮ ਦੀਆ ਦਿਖਾਈ। ਜਦੋਂ ਸਾਰੇ ਪਾਸੇ ਦਿਸਣਾ ਹੀ ਪ੍ਰਭੂ ਸ਼ੁਰੂ ਹੋ ਜਾਏਗਾ, ਹਰ ਜੀਵ ਜੰਤੂ ਦੇ ਵਿੱਚੋਂ, ਮਿੱਤਰਾਂ ਵਿੱਚੋਂ, ਦੁਸ਼ਮਣਾਂ ਵਿੱਚੋਂ, ਸਭ ਵਿੱਚੋਂ ਉਹ ਪ੍ਰਭੂ ਹੀ ਦਿਸਣਾ ਸ਼ੁਰੂ ਹੋ ਜਾਏਗਾ, ਤਾਂ ਫਿਰ ਤਾਂ ਸਮਝੋ ਕਿ ਮਨੁੱਖ ਜਿਹੜਾ ਹੈ ਉਹ ਪੂਰੀ ਤਰ੍ਹਾਂ ਪ੍ਰਭੂ ਦੇ ਨਾਲ ਜੁੜ ਗਿਆ, ਜਿਹਦੇ ਵਿੱਚ ਕਬੀਰ ਜੀ ਨੇ ਪਹਿਲਾਂ ਕੀਤਾ ਹੈ ਕਿ ਹੀਰਾ ਹੀਰਾ ਵੇਦ। ਉਹਦੇ ਨਾਲ, ਉਸ ਪ੍ਰਭੂ ਹੀਰੇ ਦੇ ਨਾਲ ਮਨ ਨੂੰ ਵਿੰਨ ਲੈ। ਮਨ ਦੇ ਵਿੱਚ ਉਹ ਕਹਿ ਰਹੇ ਹਨ ਕਿ ਜਦੋਂ ਆਪਣੇ ਮਨ ਨੂੰ ਵਿੰਨ ਲਏਗਾ, ਉਸ ਪ੍ਰਭੂ ਦੀ ਯਾਦ ਨੂੰ ਮਨ ਦੇ ਵਿੱਚ ਸਮਾ ਲਏਗਾ, ਤਾਂ ਫਿਰ ਪਵਨ ਮਨ ਸਹਿਜੇ ਰਿਹਾ ਸਮਾਈ। ਫਿਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੇਰੀ ਮੁਕਤੀ ਹੋ ਜਾਏਗੀ। ਉਸ ਅਕਾਲ ਪੁਰਖ ਦੇ ਨਾਲ ਫਿਰ ਤੂੰ ਸਮਾ ਜਾਏਗਾ, ਅਡੋਲ ਟਿਕ ਜਾਏਗਾ। ਤੇ ਇਹ ਗੁਰੂ ਦੀ ਸ਼ਰਨ ਦੇ ਵਿੱਚ, ਭਾਵ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਉਹਨੂੰ ਜੀਵਨ ਦੇ ਵਿੱਚ ਕਮਾਉਣ ਦੇ ਨਾਲ ਹੀ ਪ੍ਰਾਪਤ ਹੋ ਸਕਦਾ। ਬਾਣੀ ਅਗਾਧ ਬੋਧ ਹੈ,
ਇਸ ਦੇ ਅੰਤਰੀ ਭਾਵ ਐਕਸਪਲੇਨ ਕਰਨਾ ਦਾਸ ਦੇ ਵੱਸ ਦੀ ਬਾਤ ਨਹੀਂ ਹੈ। ਜੋ ਸਤਿਗੁਰੂ ਨੇ ਬੁੱਧੀ ਬਖਸ਼ੀ ਹੈ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਹੋਈਆਂ ਭੁੱਲਾਂ ਖਿਮਾ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।